सतनाम वाहिगुरु साहिब जी। दोहरा यह बात गिलजन सुनी, उन भेजो तुमन चार। भई अवाई शाहे की, भय सिंह भी एक थां सार। वाहिगुरु जी का खालसा, वाहिगुरु जी की फतेह। गुरु की साजी नवाजी हुई गुरु खालसा साध संगत जी। आप जी बहुत वਡਭਾਗੇ हो जिन्हां नूं सतगुरु महाराज ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਚਰਨਾਂ ਵਿੱਚ ਸੰਧਿਆ ਦੇ ਦੀਵਾਨਾਂ ਦੀ ਹਾਜ਼ਰੀ ਭਰਨ ਦਾ ਇਹ ਸੁਭਾਗ ਸਮਾਂ ਪ੍ਰਾਪਤ ਹੋਇਆ ਹੈ। और गुरु का पवित्र पावन इतिहास गुरु खालसे पंथ की कथा श्री गुरु पंथ प्रकाश ग्रंथ विचों हर रोज आप जी सरवण कर रहे हो। धन श्री गुरु महाराज कलगीधर पातशाह जी ने जो वचन कहे सन कि किस दिन समा आवेगा पंजाब उत्ते मेरे खालसे दा राज होवेगा, राज करेगा खालसा आखी रहे न कोई, ख्वार हुए सब मिलेंगे बचे शरण जो होए। इन गरीब सिखन को देहों पातशाही, याद करें हमरी गुरियाई। जिनकी जात गोत कुल माही, सरदारी भी नहीं कदाई। उन्हीं को सरदार बनाऊं, तबे गोविंद सिंह नाम कहाऊं। ਇਹ ਨਿਵਾਣਿਆਂ ਦੇ ਮਾਣ ਔਰ ਨਿਤਾਣਿਆਂ ਦੇ ਤਾਣ ਪਾਤਸ਼ਾਹ ਦਾ ਬਚਨ ਸੀ। चिड़ियों से मैं बाज तड़ाऊं, गिद्दड़ों से मैं शेर बनाऊं, 1.25 लाख से एक लड़ाऊं, तबे गोविंद सिंह नाम कहाऊं। ऐसा गुरु का बचन पूरा होया। लगभग 1765 के नेड़े तेड़े 1762 तो बाद ਵੱਡੇ ਘੱਲੂਘਾਰੇ ਤੋਂ ਬਾਅਦ ਸਿੰਘ ਦਿਨੋਂ ਦਿਨ ਕਾਮਯਾਬ ਹੁੰਦੇ ਗਏ। ਸਾਰੀਆਂ ਪੰਜਾਬ ਦੀਆਂ ਰਿਆਸਤਾਂ ਤੇ ਕਬਜ਼ੇ ਖਾਲਸੇ ਦੇ ਹੋਣੇ ਸ਼ੁਰੂ ਹੋਏ। ਬੁੱਢੇ ਦਲ ਨੇ ਦੁਆਬਾ ਫਤਿਹ ਕੀਤਾ, ਤਰਨੇ ਦਲ ਨੇ ਕਸੂਰ ਮਾਰ ਲਈ। ਗੁਜਰਾਂਵਾਲੇ ਤੇ ਚੜ੍ਹਤ ਸਿੰਘ ਦਾ ਕਬਜ਼ਾ ਸੀ। ਅਬਦਾਲੀ ਦਾ ਚਾਚਾ ਸਰਬੁਲੰਦ ਖਾਨ ਰੋਹਤਾਸ ਵਿੱਚ ਬੈਠਾ ਸੀ। ਅਹਿਮਦ ਸ਼ਾਹ ਅਬਦਾਲੀ ਤੋਂ 12,000 ਫੌਜ ਲੈ ਕੇ ਆਇਆ ਸੀ, ਪਰ ਡਰਦਾ ਮਾਰਾ ਰੋਹਤਾਸ 'ਚ ਬੈਠਾ ਸੀ। ਸਿੰਘਾਂ ਨੇ ਚੜ੍ਹਤ ਸਿੰਘ ਸੂਕਰ ਚੱਕੀਏ ਨੇ ਰੋਹਤਾਸ ਤੇ ਵੀ ਜਾ ਕਬਜ਼ਾ ਕੀਤਾ ਤੇ ਅਬਦਾਲੀ ਦੇ ਚਾਚੇ ਨੂੰ ਗ੍ਰਿਫਤਾਰ ਕਰਕੇ ਕਈ ਦਿਨ ਆਪਣੇ ਨਾਲ ਰੱਖਿਆ ਤੇ ਫਿਰ ਛੱਡ ਦਿੱਤਾ ਕਿ ਜਾ ਹੁਣ ਮੁੜ ਕੇ ਪੰਜਾਬ ਵੱਲ ਝਾਕਣ ਦੀ ਕੋਸ਼ਿਸ਼ ਨਾ ਕਰੀ। ਖਾਲਸਾ ਜੀ ਇਹ ਜਿਹੜੇ ਹਾਲਾਤ ਸਨ ਸਿੰਘਾਂ ਦੇ ਵਾਸਤੇ ਬੜੀ ਚੜ੍ਹਦੀ ਕਲਾ ਦੇ ਸਨ। ਖਾਲਸੇ ਦਾ ਸੂਰਜ ਚੜ੍ਹ ਰਿਹਾ ਸੀ, ਖਾਲਸੇ ਦਾ ਪ੍ਰਤਾਪ ਬਣ ਰਿਹਾ ਸੀ। ਸਿੰਘਾਂ ਦਾ ਰਾਜ ਆ ਗਿਆ। ਉਹ ਰਾਜ ਜਿਹੜਾ ਜ਼ੁਲਮ ਕਰਨ ਵਾਲਾ ਮਿਟ ਗਿਆ। ਜਿਹੜੇ ਸਦੀਆਂ ਤੋਂ ਦੇਸ਼ ਨੂੰ ਲੁੱਟਣ ਆਉਂਦੇ ਉਹਨਾਂ ਦੇ ਰਸਤੇ ਬੰਦ ਹੋ ਗਏ। ਸੋ ਇਹ ਅਜੇ ਸ਼ੁਰੂਆਤ ਸੀ, ਅਜੇ ਕਈ ਦਿੱਕਤਾਂ ਆਉਣੀਆਂ ਨੇ, ਕਿਉਂਕਿ ਕੋਈ ਵੀ ਕੌਮ ਜਦੋਂ ਆਪਣੇ ਪੈਰਾਂ ਤੇ ਖੜਨ ਲੱਗਦੀ ਹੈ, ਕੋਈ ਵੀ ਜਥੇਬੰਦੀ ਕਾਇਮ ਹੁੰਦੀ ਹੈ, ਉਹਨੂੰ ਕਈ ਰਸਤੇ ਦੇ ਵਿੱਚ ਰੁਕਾਵਟਾਂ ਵੀ ਆਉਂਦੀਆਂ। ਖਾਲਸੇ ਦੇ ਰਾਜ ਦੇ ਸਾਹਮਣੇ ਜੇ ਕਈ ਰੁਕਾਵਟਾਂ ਉਹ ਸਿਰ ਚੁੱਕੀ ਖੜੀਆਂ ਸਨ। ਉਹਨਾਂ ਨਾਲ ਖਾਲਸਾ 2-2 4-4 ਹੱਥ ਕਿਵੇਂ ਕਰਦਾ ਹੈ, ਆਪਾਂ ਸਰਵਣ ਕਰੀਏ। ਸਰਹੰਦ ਫਤਿਹ ਕਰਨ ਦੀ ਕਥਾ ਪਿਆਰ ਨਾਲ ਸਰਵਣ ਕਰੋ। ਆਖੋ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਦੋਹਰਾ यह बात गिलजन सुनी, उन भेजो तुमन चार। अहमद शाह अब्दाली नूं फिर खबर मिली कि मेरियां फौजां नूं चढ़त सिंह ने बुरी तरह हरा दिता है। मेरे चाचे नूं कैद करके रखिया है।
ਮੇਰੇ ਸਾਰੇ ਕਿਲਿਆਂ ਉੱਤੇ ਜੋ ਪੰਜਾਬ ਵਿੱਚ ਮੈਂ ਮੱਲੇ ਸਨ, ਸਿੱਖਾਂ ਨੇ ਦੁਬਾਰਾ ਕਬਜ਼ਾ ਕਰ ਲਿਆ ਹੈ ਔਰ ਮੇਰੇ ਕੋਲੋਂ ਪੰਜਾਬ ਛੁੱਟ ਗਿਆ। ਅਹਿਮਦ ਸ਼ਾਹ ਅਬਦਾਲੀ ਨੇ 4 ਤੁੰਮਣ ਫੌਜ ਭੇਜ ਦਿੱਤੀ। ਇੱਕ ਤੁੰਮਣ 12,000 ਦਾ ਹੁੰਦਾ ਹੈ। 4 ਤੁੰਮਣ ਦਾ ਮਤਲਬ ਹੈ 48,000 ਫੌਜ, 50,000 ਦੇ ਨੇੜੇ ਫੌਜ ਅਫਗਾਨਿਸਤਾਨ ਤੋਂ ਨਵੀਂ ਆ ਗਈ। ਭਈ ਅਵਾਈ ਸ਼ਾਹੇ ਕੀ, ਭਏ ਸਿੰਘ ਪੀ ਇੱਕ ਥਾਂ ਸਾਰ। ਇਹ ਖਬਰ ਖਾਲਸੇ ਨੂੰ ਮਿਲ ਗਈ ਕਿ ਅਬਦਾਲੀ ਬੜੀ ਭਾਰੀ ਫੌਜ ਲੈ ਕੇ ਸਿੰਘਾਂ ਨਾਲ ਟੱਕਰ ਲੈਣ ਲਈ, ਸਿੰਘਾਂ ਤੋਂ ਪੰਜਾਬ ਦਾ ਰਾਜ ਖੋਹਣ ਲਈ ਆ ਰਿਹਾ ਹੈ। ਤਾਂ ਉਸ ਵੇਲੇ ਸਰਦਾਰ ਚੜ੍ਹਤ ਸਿੰਘ, ਜੱਸਾ ਸਿੰਘ, ਜੈ ਸਿੰਘ, ਹਰੀ ਸਿੰਘ, ਜੱਸਾ ਸਿੰਘ, ਰਾਮਗੜੀਆ, ਸਾਰੇ ਸਰਦਾਰ ਫਿਰ ਇਕੱਠੇ ਹੋਏ। ਖਾਲਸੇ ਨੇ ਆਖਿਆ ਵੀ ਇਸ ਤਰ੍ਹਾਂ ਨਹੀਂ, ਹੁਣ ਆਪਾਂ ਨੂੰ ਇਹਦੇ ਨਾਲ 2-2 ਹੱਥ ਕਰਨੇ ਪੈਣੇ ਆ ਤੇ ਆਪਾਂ ਆਪਣੇ ਬਚਾਅ ਲਈ ਵੀ ਸੋਚਣਾ, ਕਿਉਂਕਿ ਅਬਦਾਲੀ ਦੀ ਫੌਜ ਨਾਲ ਸਿੱਧੀ ਟੱਕਰ ਲੈਣੀ ਔਖੀ ਸੀਗੀ। ਉਹਦੇ ਕੋਲ ਤੋਪਖਾਨਾ, ਅਸਲਾ, ਹਥਿਆਰ, ਲੜਾਈ ਦੇ ਢੰਗ ਤਰੀਕੇ, ਉਹਨਾਂ ਕੋਲ ਪਠਾਣਾ ਕੋਲ ਸਿਸਟਮ ਜ਼ਿਆਦਾ ਸੀਗਾ। ਪਰ ਫਿਰ ਵੀ ਸਿੰਘ ਜਿਹੜੇ ਸਨ ਉਹਦੇ ਨਾਲ ਲੜਨ ਨੂੰ, ਉਹਦੇ ਨਾਲ ਉਸ ਤੋਂ ਪੰਜਾਬ ਦਾ ਬਚਾਅ ਕਰਨ ਨੂੰ ਤਿਆਰ ਹੋਏ ਹਨ। ਜਾਓ ਪਈ ਪਠਾਨ ਤੁਮਨ ਖਿੰਡ ਬਹਿ ਚਾਹੂੰ ਔਰ। ਐਤਕੀ ਹੋਇਆ ਕਿ ਜਿਹੜੇ 4 ਤੁੰਮਣ ਆਏ ਸਨ ਉਹ 4 ਥਾਵਾਂ ਤੇ ਬੈਠ ਗਏ ਖਿੰਡ ਕੇ। ਉਹਨਾਂ ਨੇ ਸਿੱਖਾਂ ਨਾਲ ਲੜਨ ਦੀ ਬਜਾਏ, ਆਪਣੀ ਤਾਕਤ ਲੜਾਈ ਦੇ ਵਿੱਚ ਝੋਕਣ ਦੀ ਬਜਾਏ ਵੱਡੇ ਕਿਲਿਆਂ ਤੇ ਕਬਜ਼ਾ ਕਰ ਲਿਆ। ਸਰਹੰਦ ਮੁਲਤਾਨ ਸਿਆਲਕੋਟ ਲਾਹੌਰ। ਇੱਕ ਤੁੰਮਣ ਸਿਆਲਕੋਟ ਜਾ ਬੈਠਾ, ਇੱਕ ਤੁੰਮਣ ਲਾਹੌਰ ਬੈਠ ਗਿਆ, ਇੱਕ ਸਰਹੰਦ ਬੈਠ ਗਿਆ। ਸਿੰਘ ਸਭੈ ਇੱਕ ਵੱਲ ਹੋਏ ਤੁਰੇ। ਇਸ ਤਰ੍ਹਾਂ ਸਾਧ ਸੰਗਤ ਜੀ ਸਰਹੰਦ, ਮੁਲਤਾਨ, ਸਿਆਲਕੋਟ, ਲਾਹੌਰ 4 ਥਾਵਾਂ ਤੇ ਅਬਦਾਲੀ ਦਾ ਕਬਜ਼ਾ ਹੋ ਗਿਆ। ਪਹਿਲਾਂ ਵੀ ਉਹਨਾਂ ਦੀ ਤਾਕਤ ਉੱਥੇ ਥੋੜੀ ਥੋੜੀ ਸੀ। ਸਿਆਲਕੋਟ ਨਿਹੰਗਾਂ ਦੀ ਮਿਸਲ ਦਾ ਕਬਜ਼ਾ ਸੀ, ਪਰ ਉਹ ਵੀ ਪਠਾਣਾ ਨੇ ਛੁਡਾ ਲਿਆ। ਬਾਬਾ ਦੀਪ ਸਿੰਘ ਦਾ ਭਤੀਜਾ ਸੁਦਾ ਸਿੰਘ ਹੋਇਆ ਹੈ, ਉਹ ਉੱਥੇ ਕਬਜ਼ਾ ਕਰਕੇ ਬੈਠਾ ਸੀ। ਬਾਬੇ ਦੀ ਬੇਰ ਵਾਲੀ ਥਾਂ ਤੇ ਸਿਆਲਕੋਟ, ਉਹਦਾ ਕਬਜ਼ਾ ਉੱਥੋਂ ਹਟ ਗਿਆ। ਅਬਦਾਲੀ ਨੇ ਸਿਆਲਕੋਟ ਤੇ ਕਬਜ਼ਾ ਕਰ ਲਿਆ। ਫਿਰ ਸਰਹੰਦ ਤੇ ਉੱਪਰ ਘੁਰੇ। ਫਿਰ ਸਿੰਘਾਂ ਨੇ ਆਖਿਆ ਜੀ ਕਰੀਏ, ਆਪਾਂ ਵੱਖਰੀ ਵੱਖਰੀ ਥਾਂ ਤੇ ਲੜਨ ਨਾਲੋਂ ਇੱਕ ਇੱਕ ਥਾਂ ਤੇ ਪਹਿਲਾਂ ਜ਼ੋਰ ਲਾਈਏ ਸਾਰਾ। ਇੱਕ ਠਾਣਾ ਤੁਰਕਾਂ ਕੋਲੋਂ ਖੋਹ ਲਈਏ, ਇੱਕ ਤੁੰਮਣ ਉਹਨਾਂ ਦਾ ਖਤਮ ਕਰ ਦਈਏ, ਫਿਰ ਦੂਜੇ ਪਾਸੇ ਹੋ ਜਾਵਾਂਗੇ। ਇਹ 4 ਜਗ੍ਹਾ ਤੇ ਬਹਿ ਗਏ ਨੇ ਤੇ ਆਪਾਂ ਇੱਕ ਜਗ੍ਹਾ ਤੇ ਇਕੱਠੇ ਹੋ ਜਾਈਏ। ਸੋ ਖਾਲਸੇ ਦੇ ਸਾਰੇ ਹੀ ਜਥੇ ਇੱਕ ਥਾਂ ਤੇ ਇਕੱਠੇ। ਸਰਹੰਦ ਤੇ ਸਿੰਘਾਂ ਦੀ ਨਿਗਾਹ ਸੀ ਕਿ ਪਹਿਲਾਂ ਸਰਹੰਦ ਫਤਿਹ ਕਰ ਲਈਏ। ਉਸ ਕੀ ਸਿਲ ਮਿਲ ਦੂਰ ਤੇ ਕਰੀ। ਸਿੰਘਾਂ ਨੇ CID ਕੱਢੀ, ਖੁਫੀਆ ਤੌਰ ਤੇ ਪਤਾ ਲਾਇਆ ਕਿ ਸਰਹੰਦ ਦੇ ਵਿੱਚ ਕੌਣ ਕੌਣ ਜਰਨੈਲ ਹੈ, ਕਿੰਨੀ ਕੁ ਫੌਜ ਹੈ ਤੇ ਅਸੀਂ ਸਰਹੰਦ ਨੂੰ ਕਿਸ ਤਰ੍ਹਾਂ ਫਤਿਹ ਕਰ ਸਕਦੇ ਹਾਂ। ਸੁਣੀ ਸਿੰਘਨ ਅਬ ਖਾਲੀ ਪਰੀ। ਸਿੰਘਾਂ ਨੇ ਸੁਣਿਆ ਕਿ ਸਰਹੰਦ ਖਾਲੀ ਪਈ ਹੈ। ਸਰਹੰਦ ਦਾ ਸੂਬੇਦਾਰ ਆਪਣੇ ਇਲਾਕਿਆਂ ਵਿੱਚ ਟੈਕਸ ਉਗਰਾਣ ਗਿਆ ਹੋਇਆ ਹੈ ਤੇ ਸਰਹੰਦ ਦੇ ਉੱਤੇ ਆਪਾਂ ਕਬਜ਼ਾ ਕਰ ਲਈਏ। ਸੂਬੋ ਚੜਿਓ ਹੈ ਕਰਨ ਉਗਰਾਹੀ। ਸੂਬਾ ਜੈਨ ਖਾਂ ਉਗਰਾਹੀ ਕਰਨ ਚੜਿਆ ਹੋਇਆ ਹੈ ਤੇ ਸਿੰਘਾਂ ਨੂੰ ਜੈਨ ਖਾਂ ਰੜਕਦਾ ਵੀ ਬਹੁਤ ਸੀ। ਉਹਦਾ ਕਾਰਨ ਸੀ ਕਿ ਇਸ ਵੱਡੇ ਘੱਲੂ ਘਾਰੇ ਵਿੱਚ ਜੈਨ ਖਾਂ ਨੇ ਹੀ ਅਬਦਾਲੀ ਨੂੰ ਸੱਦ ਕੇ ਸਿੰਘਾਂ ਤੇ ਹੱਲਾ ਕਰਵਾਇਆ ਸੀ। ਜੈਨ ਖਾਂ ਸਰਹੰਦ ਦੇ ਆਲੇ ਦੁਆਲੇ ਉਗਰਾਹੀ ਕਰਨ ਗਿਆ ਹੋਇਆ ਹੈ। ਯਹੀ ਬਾਤ ਸਿੰਘਨ ਪੈ ਆਹੀ। ਇਹ ਗੱਲ ਸਿੰਘਾਂ ਨੂੰ ਬੜੀ ਕਾਰਗਰ ਸਿੱਧ ਹੋਈ। ਸਿੰਘਾਂ ਨੂੰ ਪਤਾ ਲੱਗ ਗਿਆ ਕਿ ਸਰਹੰਦ ਖਾਲੀ ਹੈ ਤੇ ਆਪਾਂ ਸਰਹੰਦ ਤੇ ਕਬਜ਼ਾ ਕਰੀਏ। ਸੋ ਸੁਨ ਸਿੰਘ ਦੂਰ ਤੇ ਦੌੜੇ। ਇਹ ਸੁਣ ਕੇ ਸਿੰਘ ਦੂਰੋਂ ਮਾਝੇ ਚੋਂ ਦੌੜ ਪਏ। ਸਾਰੇ ਸਿੰਘ ਅੰਮ੍ਰਿਤਸਰ ਦੇ ਇਲਾਕੇ ਚੋਂ ਇਕੱਠੇ ਹੋ ਕੇ ਸਰਹੰਦ ਦੇ ਵੱਲ ਕੂਚ ਕਰ ਗਏ। ਉਤੇ ਹਲਕਾਰੇ ਉਸ ਭੀ ਥੋੜੇ। ਕਹਿੰਦੇ ਜੈਨ ਖਾਂ ਦੇ ਹਲਕਾਰੇ ਜਿਹੜੇ ਸਨ, ਯਾਨੀ ਉਹਦੀ CID ਜਿਹੜੀ ਸਿੱਖਾਂ 'ਚ ਰਹਿੰਦੀ ਸੀ, ਉਹ ਵੀ ਨਹੀਂ ਇੰਨੀ ਛੇਤੀ ਪਹੁੰਚ ਸਕੀ ਜਿੰਨੇ ਇਹਨੂੰ ਸਿੱਖ ਸਰਹੰਦ ਆ ਗਏ।
ਜਾਏ ਹਲਕਾਰਨ ਉਸ ਕਹੀ ਗੱਲ। ਹਲਕਾਰਿਆਂ ਨੇ ਵੀ ਬੜੀ ਭੱਜ ਦੌੜ ਕੀਤੀ ਵੀ ਖਬਰ ਪਹੁੰਚਾਈਏ। ਉਹਨਾਂ ਨੇ ਬੜੀ ਮੁਸ਼ਕਲ ਨਾਲ ਕੁਝ ਸਮਾਂ ਪਹਿਲਾਂ ਹੀ ਜੈਨ ਖਾਂ ਨੂੰ ਦੱਸਿਆ ਜਾ ਕੇ। ਜੈਨੋ ਭੀ ਮੁਇਓ ਸਿਰਹੰਦ ਹੈ ਵੱਲ। ਉਸੇ ਵੇਲੇ ਜੈਨ ਖਾਂ ਵੀ ਸਰਹੰਦ ਨੂੰ ਮੁੜ ਪਿਆ, ਆਪਣੀ ਉਗਰਾਹੀ ਵਿੱਚੇ ਛੱਡ ਕੇ। ਜਦੋਂ ਉਹਨੂੰ ਪਤਾ ਲੱਗਾ ਵੀ ਸਿੱਖ ਤਾਂ ਲੁਧਿਆਣੇ ਟੱਪ ਆਏ ਨੇ ਤੇ ਸਿੱਖਾਂ ਦਾ ਬੜਾ ਭਾਰੀ ਦਲ ਹੈ, ਬੁੱਢਾ ਦਲ, ਤਰਨਾ ਦਲ, ਸਾਰੀਆਂ ਹੀ ਮਿਸਲਾਂ ਸਿੱਖਾਂ ਦੀਆਂ ਆ ਗਈਆਂ ਨੇ ਤੇ ਸਿੱਖਾਂ ਨੇ ਸਿੱਧਾ ਸਰਹੰਦ ਦੇ ਅੰਦਰ ਵੜਨਾ ਹੈ। ਇਹ ਸੁਣ ਕੇ ਜੈਨ ਖਾਂ ਨੂੰ ਪਿੱਸੂ ਪੈ ਗਏ, ਘਬਰਾ ਗਿਆ ਤੇ ਭੱਜ ਕੇ ਉਹ ਸਰਹੰਦ ਵੱਲ ਵੜਨਾ ਚਾਹੁੰਦਾ ਹੈ। ਤਉ ਮਿਲ ਖਾਲਸੇ ਗੁਰਮਤਾ ਸਾਜਾ। ਇਧਰ ਖਾਲਸੇ ਪੰਥ ਨੇ ਗੁਰਮਤਾ ਕੀਤਾ। ਸਿੰਘਾਂ ਨੇ, ਜੋ ਸਾਧ ਸੰਗਤ ਜੀ ਲੋਕਾਂ ਦੀਆਂ ਸਲਾਹਾਂ ਹੁੰਦੀਆਂ, ਖਾਲਸੇ ਦਾ ਗੁਰਮਤਾ ਹੁੰਦਾ। ਜਦੋਂ ਕੋਈ ਕਾਰਜ ਕਰਨਾ, ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਅੱਗੇ ਅਰਦਾਸਾ ਸੋਧ ਕੇ 5 ਸਿੰਘ ਜਾਂ ਹੋਰ ਸਾਰੀ ਸੰਗਤ ਗੁਰਮਤਾ ਕਰਦੀ ਹੈ। ਇਸ ਤਰ੍ਹਾਂ ਪੰਥ ਖਾਲਸੇ ਨੇ, ਜਥੇਦਾਰਾਂ ਨੇ ਗੁਰਮਤਾ ਸੋਧਿਆ। ਪਹਿਲੇ ਕਰੋ ਜੈਨੇ ਕੋ ਕਾਜਾ। ਸਿੰਘ ਕਹਿੰਦੇ ਪਹਿਲਾਂ ਜੈਨੇ ਦਾ ਹੀ ਭੋਗ ਪਾਈਏ, ਜੈਨੇ ਨੂੰ ਮਾਰ ਕੇ ਤੇ ਆਪਾਂ ਸਰਹੰਦ ਦੇ ਉੱਤੇ ਖਾਲਸੇ ਦਾ ਨਿਸ਼ਾਨ ਚੜਾ ਦਈਏ। ਅਬ ਹੱਥ ਆਇਓ ਸੂਰ ਮੈਦਾਨੇ। ਇਹ ਸੂਰ ਸਾਡੇ ਕਾਬੂ ਆ ਗਿਆ ਹੈ। ਮੈਦਾਨੇ ਜੰਗ ਦੇ ਵਿੱਚ ਜਿਵੇਂ ਸੂਰ ਨੂੰ ਘੁਰਨੇ ਚੋਂ ਕੱਢ ਲੈਂਦੇ ਨਾ ਸ਼ਿਕਾਰੀ ਤੇ ਫਿਰ ਘੇਰ ਕੇ ਮਾਰ ਦਿੰਦੇ ਆ, ਹੁਣ ਇਹਨੂੰ ਘੁਰਨੇ ਚੋਂ ਕੱਢਿਆ ਹੋਇਆ ਤੇ ਆਪਾਂ ਇਹਦਾ ਸ਼ਿਕਾਰ ਖੇਡੀਏ। ਖਾਲਸਾ ਜੀ ਮਤ ਕਤ ਵੜ ਬਹਿ ਔਖੇ ਥਾਨੈ। ਮਤਾ ਕਿਤੇ ਲੁਕ ਕੇ ਕਿਲੇ 'ਚ ਨਾ ਚਲਾ ਜਾਵੇ, ਕਿਲੇ 'ਚ ਨਾ ਵੜ ਜਾਵੇ। ਜੇ ਕਿਲੇ 'ਚ ਵੜ ਗਿਆ ਤੇ ਫਿਰ ਔਖਾ ਹੋਵੇਗਾ। ਇਹਨੂੰ ਆਪਾਂ ਬਾਹਰ ਹੀ, ਸਰਹੰਦ ਤੋਂ ਬਾਹਰ ਹੀ ਰਹਿਣ ਦੇਣਾ ਤੇ ਬਾਹਰ ਹੀ ਮਾਰਨਾ ਹੈ। ਦੋਹਰਾ ਸੋ ਬਾਤ ਪੰਥੈ ਕਰੀ ਲੰਘ ਉਤਰੇ ਸਰਹੰਦ ਪਾਰ। ਸੋ ਸਾਧ ਸੰਗਤ ਜੀ ਖਾਲਸੇ ਪੰਥ ਨੇ ਗੁਰਮਤਾ ਕੀਤਾ ਤੇ ਬੜੀ ਤੇਜ਼ੀ ਨਾਲ, ਨਾ ਦਿਨੇ ਆਰਾਮ ਕੀਤਾ ਨਾ ਰਾਤ। ਪਹਿਲਾਂ ਮਾਝਾ ਟੱਪੇ, ਫਿਰ ਦੁਆਬਾ ਟੱਪੇ, ਫਿਰ ਲੁਧਿਆਣਾ ਟੱਪ ਕੇ ਖਾਲਸਾ ਸਰਹੰਦ ਆ ਬੈਠਾ। ਅੱਗਾ ਰੋਕ ਸੋ ਉਸ ਬਹੇ ਕਰਕੇ ਖੂਬ ਵਿਚਾਰ। ਖੂਬ ਵਿਚਾਰ ਕਰ ਲਈ ਵੀ ਸਰਹੰਦ ਦੇ ਆਲੇ ਦੁਆਲੇ ਘੇਰਾ ਪਾ ਲਓ। ਜੇ ਉਹ ਬਾਹਰੋਂ ਆ ਕੇ ਹੱਲਾ ਕਰੇਗਾ, ਆਪਾਂ ਅੰਦਰ ਵੜਨ ਨਹੀਂ ਦੇਣਾ, ਉਹਨੂੰ ਬਾਹਰ ਹੀ ਘੇਰ ਕੇ ਮਾਰ ਦੇਣਾ ਹੈ। ਜਾਓ ਪਈ ਜੈਨੇ ਕੋ ਵੀ ਖਬਰ ਸੋ ਭਈ। ਜੈਨ ਖਾਂ ਸਰਹੰਦ ਦੇ ਸੂਬੇਦਾਰ ਨੂੰ, ਜਿਹੜਾ ਕਿ ਉਗਰਾਹੀ ਲੈਣ ਵਾਸਤੇ ਬਾਹਰ ਨਿਕਲਿਆ ਹੋਇਆ ਸੀ, ਉਹਨੂੰ ਵੀ ਪਤਾ ਲੱਗਿਆ, ਖਬਰ ਮਿਲ ਗਈ। ਰੋਕਿਓ ਮੋਹਰੋ ਹਮਹਿ ਮੁਦਈ। ਕਿ ਖਾਲਸੇ ਪੰਥ ਨੇ ਮੇਰਾ ਰਾਹ ਰੋਕ ਲਿਆ ਹੈ। ਜਿਨ੍ਹਾਂ ਨੂੰ ਮੈਂ ਰਾਹ ਰੋਕ ਕੇ ਮਾਰਿਆ ਸੀ, ਉਹ ਅੱਜ ਮੈਨੂੰ ਮਾਰਨ ਲਈ ਆ ਗਏ ਨੇ। ਕਿਉਂਕਿ ਜਿਹੜੇ ਬੰਦੇ ਨੇ ਕੋਈ ਕਿਸੇ ਨਾਲ ਬੁਰਾ ਕੀਤਾ ਹੁੰਦਾ, ਉਹਨੂੰ ਉਹਦਾ ਯਾਦ ਹੁੰਦਾ ਵੀ ਮੈਂ ਫਲਾਣੇ ਨਾਲ ਬੁਰਾ ਕੀਤਾ, ਉਹ ਮੈਨੂੰ ਜ਼ਰੂਰ ਮਾਰੇਗਾ, ਜ਼ਰੂਰ ਬਦਲਾ ਲਵੇਗਾ। ਇਸ ਤਰ੍ਹਾਂ ਖਾਲਸਾ ਜੀ ਜੈਨ ਖਾਂ ਸਰਹੰਦ ਦੇ ਸੂਬੇ ਨੇ ਸਿੰਘਾਂ ਤੋਂ ਡਰਦਿਆਂ ਹੋਇਆਂ ਬੜੀ ਤਿਆਰੀ ਕੀਤੀ ਹੈ। ਸੋਚ ਕਰੈ ਔ ਮਨ ਪਛਤਾਵੈ। ਉਹ ਵੱਡੇ ਘੱਲੂ ਘਾਰੇ ਵਿੱਚ ਜੋ ਨੇ ਸਿੱਖਾਂ ਨਾਲ ਕੀਤਾ ਸੀ, ਉਹਦੇ ਦਿਮਾਗ ਵਿੱਚ ਗੱਲ ਆਉਂਦੀ ਕਿ ਮੈਂ ਸਿੱਖਾਂ ਦੇ ਪਰਿਵਾਰਾਂ ਦੇ ਪਰਿਵਾਰ ਖਤਮ ਕਰ ਦਿੱਤੇ, ਬੁੱਢਾ ਦਲ, ਤਰਨਾ ਦਲ, ਸਾਰੇ ਸਿੱਖ ਮਾਰ ਦਿੱਤੇ। ਅੱਜ ਉਹ ਸਾਰੇ ਦਲ ਸਿੱਖਾਂ ਦੇ ਫਿਰ ਮੇਰੇ ਤੇ ਚੜ੍ਹ ਕੇ ਆ ਗਏ ਹੈ ਤੇ ਹੁਣ ਉਹਨੂੰ ਆਪਣੀ ਕੀਤੀ ਦਾ ਫਿਰ ਉਹ ਪਛਤਾਵਾ ਹੋਣ ਲੱਗਾ। ਨਿਕਲਿਓ ਸ਼ਹਿਰੋਂ ਵਕਤ ਨਾ ਪਾਵੈ। ਹੁਣ ਉਹ ਸ਼ਹਿਰ ਤੋਂ ਜਿਹੜਾ ਨਿਕਲ ਗਿਆ ਸੀ ਨਾ ਪਹਿਲਾਂ, ਉਹਨੂੰ ਵੀ ਪਛਤਾਉਂਦਾ ਕਿ ਮੈਂ ਸਰਹੰਦ ਕਿਉਂ ਛੱਡੀ, ਮੈਂ ਕਿਉਂ ਬਾਹਰ ਨਿਕਲਿਆ। ਜੇ ਅੱਜ ਮੈਂ ਸਰਹੰਦ ਦੇ ਕਿਲੇ 'ਚ ਹੁੰਦਾ, ਸਿੱਖ ਮੇਰਾ ਕੁਝ ਨਹੀਂ ਸੀ ਵਿਗਾੜ ਸਕਦੇ। ਉਹ ਕਿਲੇ ਨੂੰ ਤੇ ਉਹ ਘੇਰਾ ਪਾਈ ਬੈਠੇ, ਮੈਂ ਕਿਲੇ ਤੋਂ ਬਾਹਰ ਬੈਠਾ ਹਾਂ। ਨਾ ਮੇਰੇ ਕੋਲ ਇੰਨੀ ਤਾਕਤ ਹੈ ਕਿ ਮੈਂ ਸਿੱਖਾਂ ਨੂੰ ਚੀਰ ਕੇ ਅੰਦਰ ਚਲਾ ਜਾਵਾਂ, ਕਿਲੇ 'ਚ ਵੜ ਜਾਵਾਂ, ਤੇ ਨਾ ਮੈਨੂੰ ਕੋਈ ਹੋਰ ਥਾਂ ਮੈਂ ਜਿੱਧਰ ਚਲਾ ਜਾਵਾਂ ਭੱਜ ਕੇ, ਕਿਉਂਕਿ ਆਪਣੀ ਰਾਜਧਾਨੀ ਛੱਡ ਕੇ ਜਾਣਾ ਵੀ ਔਖਾ ਲੱਗਦਾ। ਲਾਲਚ ਹੈ ਆਪਣੀ ਗੱਦੀ ਦਾ। ਬੁਰੀ ਤਰ੍ਹਾਂ ਫਸ ਗਿਆ ਜੈਨ ਖਾਂ। ਸਰਹੰਦ ਤੋਂ ਬਾਹਰ ਨਿਕਲਿਆ ਹੋਇਆ ਸੀ, ਬਾਹਰ ਹੀ ਘਿਰ ਗਿਆ। ਭਾਜ ਵੜਨ ਕੋ ਨਾਹੀ ਥਾਮ। ਸਿੱਖਾਂ ਨੇ ਸਰਹੰਦ ਨੂੰ ਚਾਰੇ ਪਾਸਿਓਂ ਘੇਰ ਲਿਆ। ਹਜ਼ਾਰਾਂ ਦੀ ਤਾਦਾਦ 'ਚ ਸਿੱਖਾਂ ਦੀ ਫੌਜ ਸੀਗੀ। ਪਿੰਡਾਂ ਦੇ ਵਿੱਚ ਸਿੰਘ, ਉੱਦਾਂ ਵੀ ਜਿਹੜੇ ਲੋਕ ਸਨ ਸਰਹੰਦ ਦੇ ਇਲਾਕੇ ਦੇ, ਉਹ ਵੀ ਸਿੱਖਾਂ ਨੂੰ ਮੰਨਦੇ ਸਨ। ਹਿੰਦੂ ਮੁਸਲਮਾਨ ਸਾਰੇ ਹੀ ਪਠਾਨਾਂ ਤੋਂ ਤੰਗ ਸਨ ਤੇ ਕੋਈ ਮਦਦ ਕਰਕੇ ਰਾਜੀ ਨਹੀਂ ਸੀ ਉਹਦੀ। ਆਨ ਬਣਿਓ ਅਬ ਮਰਨ ਕਾਮ। ਜੈਨ ਖਾਂ ਸੋਚਦਾ ਮੇਰੀ ਤਾਂ ਮੌਤ ਆ ਗਈ। ਆਨ ਬਣਿਓ ਅਬ ਮਰਨ ਕਾਮ, ਹੁਣ ਤੇ ਮੌਤ ਸਿਰ ਦੇ ਉੱਤੇ ਹੈ।
पापी के मारने को पाप महाबली है। जो उसने खालसे का ਵੱਡੇ ਘੱਲੂਘਾਰੇ 'ਚ 5 ਫਰਵਰੀ 1762 ਨੂੰ ਨੁਕਸਾਨ ਕੀਤਾ ਸੀ, ਉਹਦਾ ਹੁਣ ਹਿਸਾਬ ਕਿਤਾਬ ਦੇਣਾ ਆ ਗਿਆ। ਕਰ ਤੜੀੜ ਵੱਲ ਸ਼ਹਿਰੈ ਆਇਓ। ਫਿਰ ਉਹਨੇ ਤਗੜਾ ਕਰਕੇ ਆਪਣੇ ਆਪ ਨੂੰ, ਆਪਣੀ ਫੌਜ ਨੂੰ ਲਲਕਾਰਿਆ। ਕਹਿੰਦਾ ਵੀ ਬਹਾਦਰੋ, ਯੋਧਿਓ, ਗਾਜੀਓ, ਮਰ ਜਾਓ ਜਾਂ ਮਾਰ ਦਿਓ। ਕਾਫਰਾਂ ਨਾਲ, ਸਿੱਖਾਂ ਨਾਲ ਲੜਾਈ ਲੜਨੀ ਆਪਾਂ ਤੇ ਆਪਾਂ ਸਰਹੰਦ ਦੇ ਵਿੱਚ ਵੜਨਾ ਹੈ। ਬੜਾ ਤਗੜਾ ਹੱਲਾ ਕਰਕੇ, ਬੜਾ ਤਗੜਾ ਇਰਾਦਾ ਕਰਕੇ ਜੈਨ ਖਾਨ ਸਰਹੰਦ ਵੱਲ ਆਇਆ। ਫਿਰ ਹਾਂਜੀ, ਸਿੰਘਨ ਡੇਰੋ ਥੋ ਦੋਏ ਥਾਂ ਪਾਇਓ। ਉਸ ਵੇਲੇ ਸਿੰਘਾਂ ਦਾ ਜਿਹੜਾ ਡੇਰਾ ਸੀਗਾ, ਸਿੰਘਾਂ ਦੀਆਂ ਛਾਉਣੀਆਂ ਸਨ, ਸਰਹੰਦ ਤੋਂ ਬਾਹਰ 2 ਪਿੰਡਾਂ ਵਿੱਚ ਸਨ। ਬੁੱਢਾ ਦਲ ਕੀਓ ਭਾਂਗਣਪੁਰਾ ਡੇਰਾ। ਬੁੱਢੇ ਦਲ ਨੇ ਭਾਂਗਣਪੁਰ ਡੇਰਾ ਕੀਤਾ ਹੋਇਆ ਸੀ। ਭਾਂਗਣਪੁਰ ਪਿੰਡ ਹੈ ਸਰਹੰਦ ਦੇ ਇਲਾਕੇ ਵਿੱਚ, ਉੱਥੇ ਬੁੱਢੇ ਦਲ ਦੀ ਛਾਉਣੀ ਸੀ। ਪੰਜੈਵਾਲ ਥੋ ਕੀਓ ਤਰਨੈ ਬਸੇਰਾ। ਤੇ ਪੰਜੇਵਾਲ ਪਿੰਡ ਦੇ ਵਿੱਚ ਤਰਨਾ ਦਲ ਟਿਕਿਆ ਹੋਇਆ ਸੀ। ਨਨਹੇੜਾ ਉਸ ਡੇਰਾ ਪਾਇਓ। ਤੇ ਜੈਨ ਖਾਨ ਨੇ ਨਰੇੜੇ ਡੇਰਾ ਕਰ ਲਿਆ। ਘਿਰਿਓ ਸਸਾ ਜਿਮ ਝਾੜ ਦਬਾਇਓ। ਜਿਵੇਂ ਸਾਧ ਸੰਗਤ ਜੀ ਖਰਗੋਸ਼ ਝਾੜਾਂ ਵਿੱਚੋਂ ਨਿਕਲ ਕੇ ਖੇਤਾਂ ਨੂੰ ਜਾਣ ਲੱਗੇ ਨਾ, ਤੇ ਅੱਗੋਂ ਉਹਨੂੰ ਸ਼ਿਕਾਰੀ ਨਜ਼ਰ ਆ ਜਾਣ ਤੇ ਉਹ ਫਿਰ ਝਾੜਾਂ ਵਿੱਚ ਦਬ ਜਾਂਦਾ ਹੈ, ਡਰ ਕੇ ਸਹਿ ਜਾਂਦਾ ਹੈ। ਏਦਾਂ ਡਰ ਕੇ ਬਹਿ ਗਿਆ ਜੈਨ ਖਾਨ ਸਿੰਘਾਂ ਤੋਂ। ਰਾਤ ਰਹੇ ਸਿੰਘ ਚੜੇ ਤਿਆਰ। ਸਿੰਘ ਤਿਆਰ ਬਰ ਤਿਆਰ ਸਨ ਉਹਦਾ ਸ਼ਿਕਾਰ ਕਰਨ ਦੇ। ਸਿੱਖਾਂ ਨੂੰ ਇੰਨਾ ਗੁੱਸਾ ਸੀ ਜੈਨ ਖਾਨ ਦੇ, ਜਿੰਨਾ ਅਬਦਾਲੀ ਤੇ ਵੀ ਨਹੀਂ ਸੀ। ਅਬਦਾਲੀ ਤੇ ਤਾਂ ਸੀ ਕਿ ਅਬਦਾਲੀ ਨੇ ਵੱਡਾ ਘੱਲੂਘਾਰਾ ਕੀਤਾ, ਪਰ ਅਬਦਾਲੀ ਨੂੰ ਬੁਲਾਉਣ ਵਾਲਾ ਤਾਂ ਜੈਨ ਖਾਨ ਸੀ। ਮਲੇਰਕੋਟਲੇ ਵਾਲੇ ਤੇ ਜੈਨ ਖਾਨ ਸਰਹੰਦ ਦੇ ਸੂਬੇ ਨੇ ਹੀ ਵੱਡਾ ਘੱਲੂਘਾਰਾ ਕਰਾਇਆ ਸੀ। ਉਹ ਜੈਨ ਖਾਨ ਦੇ ਨਾਲ ਲੜਨ ਲਈ ਸਿੰਘ ਤਿਆਰ ਬਰ ਤਿਆਰ ਹੋ ਗਏ। ਮਤ ਕਤ ਰਾਤ ਬੜੇ ਨਰਕਾਰ। ਸਿੰਘ ਰਾਤ ਨੂੰ ਵੀ ਜਾਗਦੇ ਰਹਿੰਦੇ, ਕਿਤੇ ਰਾਤ ਨੂੰ ਇਹ ਨਰਕਾਂ ਵਾਲੀ ਸਰਹੰਦ 'ਚ ਨਾ ਵੜ ਜਾਵੇ। ਨਰਕਾਰ ਸਿੰਘ, ਇਹਨੂੰ ਨਰਕਾਂ ਵਾਲੀ ਸਰਹੰਦ ਕਹਿੰਦੇ ਸਨ। ਕਿਉਂ? ਇਹ ਗੁਰੂ ਸਾਹਿਬ ਨੇ ਕਿਹਾ ਸੀ ਨਰਕਾਂ ਨੂੰ ਜਾਏਗੀ, ਰਸਾਤਲ ਨੂੰ ਜਾਏਗੀ, ਸਰਹੰਦ ਦੀ ਇੱਟ ਨਾਲ ਇੱਟ ਮੇਰਾ ਖਾਲਸਾ ਖੜਕਾ ਦੇਗਾ। ਸੋ ਖਾਲਸਾ ਜੀ ਉਹ ਸਰਹੰਦ ਗੁਰੂ ਮਾਰੀ ਸਰਹੰਦ ਦੇ ਵਿੱਚ ਕਿਤੇ ਸੂਬਾ ਜੈਨ ਖਾਨ ਰਾਤ ਨੂੰ ਨਾ ਵੜ ਜਾਵੇ। ਸਿੰਘ ਰਾਤ ਨੂੰ ਵੀ ਸੌਂਦੇ ਨਹੀਂ, ਪਹਿਰਾ ਰੱਖਦੇ ਹਨ। ਉਨ ਭੀ ਰਾਤ ਸੋ ਖੜੀ ਗੁਜ਼ਾਰੀ। ਸਿੰਘ ਵੀ ਜਾਗਦੇ ਰਹੇ। ਭਾਂਗਣਪੁਰੇ ਬੁੱਢਾ ਦਲ ਤੇ ਪੰਜੇਵਾਲ ਤਰਨਾ ਦਲ ਬੈਠਾ ਰਿਹਾ, ਤੇ ਨਨੇੜੇ ਪਿੰਡ ਦੇ ਵਿੱਚ ਜੈਨ ਖਾਨ ਬੈਠਾ ਰਿਹਾ। ਤਿੰਨੇ ਹੀ ਜਾਗਦੇ ਰਹੇ। ਉਧਰ ਬੁੱਢੇ ਦਲੀਏ ਵੀ ਤੇ ਉਧਰ ਤਰਨੇ ਦਲ ਸਾਈਡਾਂ ਤੇ ਰਹੇ, ਤੇ ਉਹ ਵਿੱਚੋਂ ਲੰਘਣਾ ਚਾਹੁੰਦਾ ਸੀ, ਉਹਨੂੰ ਲੰਘਣ ਨਹੀਂ ਦਿੱਤਾ ਖਾਲਸੇ ਨੇ। ਕਿਸ਼ਕ ਤੜਕੈ ਉਨ ਕਰੀ ਸਵਾਰੀ। ਕੁਝ ਤੜਕੇ ਦੇ ਨਾਲ ਸਵੇਰੇ ਕੋਈ 3 ਵਜੇ ਜੈਨ ਖਾਨ ਘੋੜੇ ਤੇ ਸਵਾਰ ਹੋ ਕੇ ਵੀ ਚੱਲੀਏ ਸਰਹੰਦ ਵਿੱਚ, ਵੀ ਸਿੰਘ ਸ਼ਾਇਦ ਥੱਕ ਗਏ ਹੋਣਗੇ, ਸੌਂ ਗਏ ਹੋਣਗੇ, ਆਰਾਮ ਕਰਦੇ, ਤੇ ਆਪਾਂ ਨਿਕਲ ਚੱਲੀਏ, ਸਵੇਰੇ ਦਾ ਫਾਇਦਾ ਉਠਾ ਕੇ ਸਰਹੰਦ 'ਚ ਵੜ ਚੱਲੀਏ। ਦੋਹਰਾ ਤੋਪ ਜੰਬੂਰੇ ਰਹਿ ਕਲੇ ਸਾਥੋ ਕੀਓ ਬਹੀਰ। ਤੋਪਾਂ ਰਹਿਕਲੇ ਜਮੂਰੇ ਆਪਣੀ ਫੌਜ ਸਾਰੀ ਲੈ ਕੇ। ਇਨ ਪੈ ਅਟਕੇ ਖਾਲਸਾ ਇਮ ਚਿਤ ਠਟੀ ਤਤਬੀਰ। ਕਹਿੰਦੇ ਇਹ ਤੋਪਾਂ ਦੇ ਨਾਲ ਖਾਲਸੇ ਨੂੰ ਮੈਂ ਰੋਕ ਲਵਾਂਗਾ। ਪੂਰਾ ਫੌਜ ਨੂੰ ਤਿਆਰ ਕਰਕੇ ਚਾਓ ਪਈ ਚੁੱਪ ਕੀਨੈ ਉਨ ਕਰੀ ਸਵਾਰੀ। ਚੁੱਪ ਚਪੀਤੇ ਤਿਆਰੀ ਉਹਨੇ ਜੰਗ ਦੀ ਪੂਰੀ ਕਰ ਲਈ, ਪਰ ਕਿਸੇ ਨੂੰ ਪਤਾ ਨਾ ਲੱਗੇ, ਚੋਰਾਂ ਦੀ ਤਰ੍ਹਾਂ ਸਰਹੰਦ ਵਿੱਚ ਵੜ ਜਾਈਏ। ਤਿਆਰੀ ਕਰ ਲਈ ਸੂਬੇ ਨੇ। ਧੌਂਸ ਨਗਾਰੇ ਰੱਖੇ ਪਿਛਾਰੀ। ਧੌਂਸੇ ਨਗਾਰੇ ਨਹੀਂ ਵਜਾਏ। ਜਦੋਂ ਫੌਜ ਜੰਗ ਨੂੰ ਚੜ੍ਹਦੀ ਹੈ ਤਾਂ ਨਗਾਰੇ ਚੋਭਾ ਮਾਰ ਕੇ ਚੜ੍ਹਦੀ ਹੈ, ਤਾਂ ਕਿ ਸੂਰਮਿਆਂ ਦਾ ਹੌਸਲਾ ਬੁਲੰਦ ਹੁੰਦਾ ਲੜਾਈ ਨੂੰ। ਪਰ ਜਿੱਥੇ ਦੇਖਿਆ ਜਾਏ ਵੀ ਧੌਂਸਾ ਨਗਾਰਾ ਵਜਾਉਣ ਨਾਲ ਦੁਸ਼ਮਣ ਸੁਚੇਤ ਹੋ ਜਾਏਗਾ, ਉੱਥੇ ਫਿਰ ਨਹੀਂ ਵਜਾਏ ਜਾਂਦੇ। ਜੈਨ ਖਾਨ ਨੇ ਆਪਣੇ ਧੌਂਸੇ ਨਗਾਰੇ ਵੱਜਣ ਨਹੀਂ ਦਿੱਤੇ, ਚੁੱਪ ਚਪੀਤੇ ਤੁਰ ਪਿਆ। ਉਹਨੇ ਸਾਥ ਉਸ ਕਹਿਓ ਬਜਵਾਏ ਨਾ। ਉਹਨੇ ਆਪਣੇ ਸਾਥੀਆਂ ਨੂੰ, ਆਪਣੇ ਨਗਾਰਚੀਆਂ ਨੂੰ, ਆਪਣੇ ਚੋਬਦਾਰਾਂ ਨੂੰ ਕਹਿ ਦਿੱਤਾ ਵੀ ਤੁਸੀਂ ਨਗਾਰੇ ਤੇ ਚੋਭਾਂ ਨਹੀਂ ਲਾਣੀਆਂ, ਨਗਾਰਾ ਢੋਲ ਕੋਈ ਬਾਜਾ ਨਹੀਂ ਵਜਾਣਾ, ਕੋਈ ਖੜਕਾ ਨਹੀਂ ਕਰਨਾ, ਕੋਈ ਨਾਰਾ ਵੀ ਨਹੀਂ ਮਾਰਨਾ, ਤੇ ਚੁੱਪ ਚਪੀਤੇ ਤੁਰੇ ਚੱਲੋ।
ਸੁਨੇ ਸਿੰਘ ਜਿਮ ਉਸ ਵੱਲ ਜਾਏ ਨਾ। ਤਾਂ ਕਿ ਕਿਤੇ ਸਿੰਘਾਂ ਨੂੰ ਪਤਾ ਨਾ ਲੱਗ ਜਾਵੇ ਤੇ ਸਿੰਘ ਸਾਡੇ ਵੱਲ ਆ ਨਾ ਜਾਣ। ਹਾਂਜੀ, ਉਤੋਂ ਦਲ ਜੋ ਮਝੈਲਣ ਵਾਲ। ਸੋ ਇਸ ਤਰ੍ਹਾਂ ਜੈਨ ਖਾਂ ਜਦੋਂ ਤੁਰਿਆ ਤਾਂ ਜਿਹੜਾ ਮਾਝੇ ਦੇ ਸਿੰਘਾਂ ਦਾ ਦਲ ਸੀਗਾ ਮਝੈਲਾਂ ਦਾ, ਜਾਏ ਲੜਿਓ ਵਹਿ ਡੇਰੇ ਉਤਾਲ। ਉਹ ਫਟਾਫਟ ਜਾ ਕੇ ਉੱਥੇ ਲੜਿਆ। ਦਲ ਬੁੱਢਾ ਕੀ ਸੁਨੋ ਸੋ ਬਾਤ। ਉਧਰੋਂ ਬੁੱਢਾ ਦਲ ਜਿਹੜਾ ਭਾਂਗਣਪੁਰੇ ਬੈਠਾ ਸੀ, ਉਹਨਾਂ ਦੀ ਕਥਾ ਸੁਣੋ। ਰੱਖੇ ਮੋਹਰਖੇ ਥੇ ਜੋ ਉਸ ਰਾਤ। ਉਹਨਾਂ ਨੇ ਜਿਹੜੇ ਬੁੱਢੇ ਦਲ ਵਾਲਿਆਂ ਨੇ ਬੰਦੇ ਜਾਗਦੇ ਰੱਖੇ ਹੋਏ ਸਨ, ਜੇ ਜੈਨ ਖਾਂ ਸਰਹੰਦ ਵੱਲ ਜਾਵੇ ਤੇ ਆਪਾਂ ਰੋਕਣਾ ਹੈ। ਮੋਹਰਖੇ ਕਹਿੰਦੇ ਅੱਗੇ 2-4 ਮੀਲ ਤੱਕ ਖਬਰ ਲੈ ਕੇ ਆਉਂਦੇ, ਜਿਹੜੇ 10-10 ਮੀਲ ਅੱਗੇ ਚਲੇ ਜਾਂਦੇ ਘੋੜਿਆਂ ਤੇ। ਉਹ ਜਿਹੜੇ ਮੋਹਰਖੇ ਸਨ, ਉਹ ਜਿਹੜੇ ਖਬਰਦਾਰ ਸੂਈਏ ਸਨ ਸਿੰਘਾਂ ਦੇ। ਆਨ ਖਬਰ ਮੋਹਰਖਨ ਦਈ। ਉਹਨਾਂ ਮੋਹਰਖਿਆਂ ਨੇ, ਉਹਨਾਂ ਅਗਲੇ ਬੰਦਿਆਂ ਨੇ, ਸੂਈਆਂ ਨੇ ਆ ਕੇ ਦਲ ਦੇ ਜਥੇਦਾਰਾਂ ਨੂੰ ਖਬਰ ਦਿੱਤੀ, ਬਾਬੇ ਜੱਸਾ ਸਿੰਘ ਜੀ ਵਰਗਿਆਂ ਨੂੰ। ਸੁਣਤ ਖਬਰ ਸਿੰਘ ਦੌੜੇ ਕਈ। ਉਸੇ ਵੇਲੇ ਬੁੱਢੇ ਦਲ ਵਾਲੇ ਵੀ ਭਾਂਗਣਪੁਰ ਤੋਂ ਫੌਜਾਂ ਤਗੜੀਆਂ ਹੋ ਕੇ ਦੌੜ ਪਈਆਂ। ਕਜਾ ਕਜਾਏ ਸਿੰਘ ਟੱਕਰੇ ਜੋਏ। ਇੱਕ ਪਾਸਿਓਂ ਧਰਨੇ ਦਲ ਵਾਲੇ ਪੈ ਗਏ ਤੇ ਦੂਜੇ ਪਾਸਿਓਂ ਬੁੱਢੇ ਦਲ ਵਾਲੇ ਜੈਨ ਖਾਂ ਨੂੰ ਪੈ ਗਏ। ਦਏ ਬੰਦੂਖਨ ਕੜਾਕਾ ਤੋਏ। ਦੋਵਾਂ ਪਾਸਿਆਂ ਤੋਂ ਬੰਦੂਕਾਂ ਦੀ ਕਾੜ ਮਚ ਗਈ। ਜੈਨ ਖਾਂ ਸੋਚਦਾ ਸੀ ਕਿ ਮੈਂ ਸਿੱਖਾਂ ਦੇ ਸੰਭਲਣ ਤੋਂ ਪਹਿਲਾਂ ਸਰਹੰਦ ਵੜ ਜਾਗਾ, ਪਰ ਸਿੱਖਾਂ ਨੇ ਤਾਂ ਸੋਚਿਆ ਹੋਇਆ ਸੀ ਵੀ ਜੈਨ ਖਾਂ ਐਤਕੀ ਜਿਉਂਦਾ ਛੱਡਣਾ ਹੀ ਨਹੀਂ। ਸੁਣਤ ਕੜਾਕਾ ਔਰ ਜਾਏ ਰਲੇ। ਔਰ ਜਦੋਂ ਗੋਲੀਆਂ ਦੀ ਆਵਾਜ਼ ਸੁਣੀ, ਜਿਹੜੇ ਕੋਈ ਸਿੰਘ ਪਿੱਛੇ ਸਨ ਜਾਂ ਕੋਈ ਆਰਾਮ ਵੀ ਕਰ ਰਹੇ ਸਨ, ਉਹ ਵੀ ਉੱਠ ਕੇ ਦੌੜ ਪਏ। ਹੁਣ ਤੇ ਹੋਏ ਨਾ ਗਿਲਜੇ ਖਲੇ। ਪਰ ਗੋਲੀ ਚਲਦਿਆਂ ਦੇ ਬਾਵਜੂਦ ਵੀ ਗਿਲਜੇ ਜਿਹੜੇ ਸਨ, ਪਠਾਨ ਸਨ, ਉਹ ਵੀ ਅਗਾਂਹ ਨੂੰ ਵੱਧਦੇ ਗਏ। ਉਹ ਵੀ ਬੜੇ ਲੜਾਕੇ, ਕਿਉਂਕਿ ਪਹਿਲਾਂ ਤਿਆਰੀ ਕਰਕੇ ਆਏ ਸਨ ਤੇ ਸਿੰਘਾਂ ਨੂੰ ਅਚਾਨਕ ਜਿਹੜੀ ਲੜਾਈ ਕਰਨੀ ਪਈ ਉੱਠ ਕੇ। ਓਏ ਚਾਹੇ ਕਿਮ ਵੜੀਐ ਸਰਹੰਦ। ਗਿਲਜੇ ਪਠਾਨ ਜੈਨ ਖਾਂ ਸੂਬੇ ਦੇ ਸਾਥੀ ਚਾਹੁੰਦੇ ਜਿਵੇਂ ਕਿਵੇਂ ਸਰਹੰਦ 'ਚ ਵੜ ਜਾਈਏ ਇੱਕ ਵਾਰੀ, ਫਿਰ ਅਸੀਂ ਸਿੱਖਾਂ ਨੂੰ ਨਹੀਂ ਨੇੜੇ ਲੱਗਣ ਦਿਆਂਗੇ। ਤੋ ਹਮਰੀ ਬਚ ਰਹਿ ਹੈ ਜਿੰਦ। ਤਾਂ ਸਾਡੀ ਜਾਨ ਬਚ ਜਾਏਗੀ, ਅਸੀਂ ਕਿਲੇ 'ਚ ਆਕੀ ਹੋ ਜਾਵਾਂਗੇ, ਬਾਅਦ ਵਿੱਚ ਅਬਦਾਲੀ ਤੋਂ ਮਦਦ ਮੰਗ ਲਵਾਂਗੇ। ਇਸ ਤਰ੍ਹਾਂ ਉਹ ਸੋਚ ਕੇ ਜੈਨ ਖਾਂ ਆਪਣੀ ਜਾਨ ਬਚਾਉਣ ਦੇ ਲਈ ਅੰਦਰ ਵੜਨਾ ਚਾਹੁੰਦਾ ਸੀ। ਦੋਹਰਾ ਸਿੰਘ ਕਹੈ ਇਸ ਮਾਰੀਐ ਸ਼ਹਿਰੋਂ ਬਾਹਰ ਘੇਰ। ਤੇ ਸਿੰਘ ਕਹਿੰਦੇ ਸੀ ਅਸੀਂ ਇਹਨੂੰ ਵੜਨ ਨਹੀਂ ਦੇਣਾ ਸਰਹੰਦ ਦੇ ਕਿਲੇ 'ਚ, ਇਹਨੇ ਬਹੁਤ ਜ਼ੁਲਮ ਕੀਤੇ ਨੇ, ਇਹਨੂੰ ਮਾਰ ਕੇ ਬਦਲਾ ਲਈਏ ਆਪਣੇ ਸਾਥੀਆਂ ਦਾ। ਇਹੋ ਵੜੈ ਜਾਏ ਸੋ ਸਰਹੰਦ ਮੈਂ, ਹਮ ਆਵੈ ਦਾਏ ਨਾ ਫੇਰ। ਜੇ ਇੱਕ ਵਾਰੀ ਇਸ ਜੈਨ ਖਾਨ ਸਰਹੰਦ ਦੇ ਅੰਦਰ ਜਾ ਵੜਿਆ, ਫਿਰ ਸਾਡੇ ਦਾ ਥੱਲੇ ਆਵੇਗਾ ਨਹੀਂ। ਅੱਜ ਇਹ ਸ਼ਿਕਾਰ ਕਾਬੂ ਆਇਆ, ਸਿੰਘੋ ਇਹਨੂੰ ਮਾਰ ਲੋ ਤਗੜੇ ਹੋ ਕੇ। ਜਾਓ ਪਈ ਸਿੰਘ ਕਹੈ ਹਮ ਖੂਨੀ ਆਹੇ। ਸਿੰਘ ਕਹਿੰਦੇ ਅਸੀਂ ਖੂਨੀ ਹਾਂ, ਖੂਨਖਾਰ ਸ਼ੇਰ ਹਾਂ। ਘੱਲੂ ਘਾਰੋ ਦਇਓ ਇਨੈ ਕਰਾਏ। ਇਸ ਜੈਨ ਖਾਨ ਨੇ ਸਾਡਾ ਖੂਨ ਡੋਲਿਆ ਹੈ, ਅਸੀਂ ਜ਼ਖਮੀ ਸ਼ੇਰ ਹਾਂ, ਯਾਨੀ ਸਾਨੂੰ ਇਹਨੇ ਮਾਰਿਆ, ਇਹ ਸਾਡਾ ਕਾਤਲ ਹੈ, ਇਹਨੇ ਵੱਡਾ ਘੱਲੂ ਘਾਰਾ ਕਰਾਇਆ ਹੈ। 30,000 ਬੀਬੀਆਂ, ਬੱਚੇ, ਬੁੱਢੇ, ਨੌਜਵਾਨ ਉਸ ਜੰਗ 'ਚ ਸ਼ਹੀਦ ਹੋਏ ਨੇ। ਅੱਧੇ ਨਾਲੋਂ ਜ਼ਿਆਦਾ ਕੌਮ ਮਾਰੀ ਗਈ ਹੈ। ਉਹ ਜੈਨ ਖਾਂ ਸਾਰਿਆਂ ਦਾ ਕਾਤਲ ਹੈ। ਹਾਂਜੀ, ਲੇਵੋ ਇਸ ਤੈ ਬਦਲੋ ਸਭ। ਅੱਜ ਇਹਦੇ ਤੋਂ ਬਦਲਾ ਲੈ ਲਈਏ, ਇਹਨੂੰ ਮਾਰ ਕੇ ਆਪਣੇ ਭਰਾਵਾਂ ਦਾ, ਆਪਣੇ ਬੱਚਿਆਂ ਦਾ, ਆਪਣੀਆਂ ਧੀਆਂ ਭੈਣਾਂ ਦੀ ਸ਼ਹੀਦੀ ਦਾ ਬਦਲਾ ਲਈਏ। ਮਾਰ ਇਹਾਂ ਇਸ ਦੀਜੈ ਦੱਬ। ਇਹਨੂੰ ਮਾਰ ਕੇ ਇੱਥੇ ਇਹਦੀ ਕਬਰ ਬਣਾਈਏ, ਇੱਥੇ ਹੀ ਦੱਬੀਏ ਇਸ ਨੂੰ। ਉਤੇ ਬਹੁਤ ਥੇ ਉਸ ਤੈ ਦੁਖੀ। ਸਿੰਘ ਉਸ ਤੋਂ ਬੜੇ ਦੁਖੀ ਸਨ। ਸਿੰਘਾਂ ਨੂੰ ਜੈਨ ਖਾਂ ਬਹੁਤ ਬੁਰਾ ਲੱਗਦਾ ਸੀ। ਇੱਕ ਤਾਂ ਜੈਨ ਖਾਂ ਦੀ ਗੱਲ ਜਿਹੜੀ ਉਹਨੇ ਨਵੀਂ ਵੱਡੇ ਘੱਲੂ ਘਾਰੇ 'ਚ ਕੀਤੀ ਸੀ, ਇੱਕ ਇਸੇ ਧਰਤੀ ਤੇ ਜੋ ਪਹਿਲਾਂ ਸਾਹਿਬਜ਼ਾਦਿਆਂ ਦਾ ਸਾਕਾ ਹੋਇਆ ਸੀ, ਉਹ ਵੀ ਖਾਲਸੇ ਨੂੰ ਭੁੱਲਦਾ ਨਹੀਂ ਸੀ। ਪਰ ਚੀਲ ਜਿਮ ਮਾਸੈ ਭੁੱਖੀ। ਜਿਵੇਂ ਚੀਲ ਭੁੱਖੀ ਮਾਸ ਦੇ ਉੱਤੇ ਟੁੱਟ ਕੇ ਪੈਂਦੀ ਹੈ ਜਾਂ ਬਾਜ ਸ਼ਿਕਾਰ ਤੇ ਪੈਂਦਾ, ਏਦਾਂ ਖਾਲਸਾ ਟੁੱਟ ਕੇ ਪੈਂਦਾ ਸੀ ਜੈਨ ਖਾਂ ਨੂੰ। ਵਹਿ ਕਿਤੈ ਚਾਲ ਕਿਤ ਦੌੜੈ ਕਰੈ। ਜੈਨ ਖਾਂ ਕਿਤੇ ਚਲਦਾ ਸੀ, ਕਿਤੇ ਦੌੜਦਾ ਸੀ ਵੀ ਛੇਤੀ ਅੰਦਰ ਜਾ ਵੜਾਂ। ਨਹਿ ਆਪ ਵਹਿ ਟਿਕ ਕੈ ਲਰੈ। ਔਰ ਜੈਨ ਖਾਂ ਹੌਸਲੇ ਨਾਲ ਨਹੀਂ ਸੀ ਲੜ ਰਿਹਾ,
ਭਾਵੇਂ ਉਹਦੇ ਨਾਲ 12,000 ਫੌਜ ਸੀ ਪਠਾਣਾਂ ਦੀ, ਪਰ ਫਿਰ ਵੀ ਉਹਦਾ ਇੰਨਾ ਹੌਸਲਾ ਨਹੀਂ ਸੀ ਵੀ ਖੜ ਕੇ ਸਿੱਖਾਂ ਨਾਲ ਫੈਸਲਾ ਕੋ ਲੜਾਈ ਲੜ ਲਵੇ। ਕਿਸ਼ਕ ਫੌਜ ਉਨ ਲਰਨੈ ਲਾਈ, ਕੁਝ ਫੌਜ ਜੈਨ ਖਾਨ ਨੇ ਸਿੱਖਾਂ ਦਾ ਮੁਕਾਬਲਾ ਕਰਨ ਤੇ ਲਾਈ ਹੋਈ ਸੀ। ਚੱਲਿਓ ਆਪ ਵਹਿ ਸ਼ਹਿਰੇ ਤੇ ਧਾਈ, ਕੁਝ ਆਪਣੇ ਬਾਡੀਗਾਰਡ ਅੰਗ ਰੱਖਿਅਕ ਲੈ ਕੇ ਉਹ ਸਰਹੰਦ ਵੱਲ ਦੌੜੀ ਜਾਂਦਾ ਸੀ ਵੀ ਮੇਰੀ ਜਾਨ ਬਚ ਜਾਵੇ, ਫੌਜ ਮਰਦੀ ਮਰੇ ਮੈਂ ਬਚ ਜਾ। ਅੰਦਰੋਂ ਡਰ ਚੁੱਕਾ ਸੀ ਜੈਨ ਖਾਂ, ਕਿਉਂਕਿ ਪਾਪੀ ਬੰਦੇ 'ਚ ਹੌਸਲਾ ਨਹੀਂ ਹੁੰਦਾ। ਜਿਹਨੇ ਪਾਪ ਕੀਤਾ ਸੀ ਉਹ ਮਹਾਨ ਸ਼ਹੀਦਾਂ ਦੀਆਂ ਰੂਹਾਂ, ਉਹ ਬੱਚਿਆਂ ਦੀਆਂ ਆਤਮਾਵਾਂ, ਉਹ ਸ਼ਹੀਦ ਆਤਮਾਵਾਂ ਉਹਨੂੰ ਡਰਾ ਰਹੀਆਂ ਸਨ। ਉਹਦੇ ਅੰਦਰ ਟਿਕਾ ਨਹੀਂ ਸੀ ਰਿਹਾ, ਦਲੇਰੀ ਨਹੀਂ ਸੀ ਰਹੀ। ਉਹ ਭੱਜਣਾ ਚਾਹੁੰਦਾ ਸੀ, ਮੈਂ ਕਿਲੇ 'ਚ ਵੜ ਜਾਵਾਂ, ਮੇਰੀ ਜਾਨ ਬਚ ਜਾਵੇ। ਅੱਗਿਓਂ ਆਇਓ ਕਿਛ ਦਲ ਕਾ ਸ਼ਰਰਾ, ਸਾਧ ਸੰਗਤ ਜੀ, ਅੱਗੋਂ ਖਾਲਸੇ ਦੀਆਂ ਗੋਲੀਆਂ ਚੱਲ ਰਹੀਆਂ ਸਨ। ਕਿਸੇ ਸਿੰਘ ਦੀ ਬੰਦੂਕ ਦੀ ਗੋਲੀ ਦਾ ਸ਼ਰਰਾ ਆਇਆ, ਮਾਰ ਬੰਦੂਕਨ ਹਰ ਦਇਓ ਗਰਰਾ। ਕਹਿੰਦੇ ਮਾਰ ਗੋਲੀਆਂ ਦੇ ਨਾਲ ਜੈਨ ਖਾਂ ਦੀਆਂ ਫੌਜਾਂ ਦਾ ਹੰਕਾਰ ਸਿੰਘਾਂ ਨੇ ਤੋੜ ਦਿੱਤਾ ਇੱਕ ਵਾਰੀ। ਹਾਂਜੀ, ਸਿੰਘਨ ਰਾਮ ਜੰਗਨ ਹੇਠ ਜੋ ਆਇਆ, ਸਿੰਘਾਂ ਦੇ ਰਾਮ ਜੰਗਿਆਂ ਬੰਦੂਕਾਂ ਦੀ ਮਾਰ ਥੱਲੇ ਜਿਹੜਾ ਵੀ ਆ ਗਿਆ ਪਠਾਨ, ਕਬ ਕੋ ਜਾਨ ਅਛੂਤੋ ਪਾਇਆ। ਉਹ ਕਦੀ ਜਾ ਸਕਦਾ ਹੈ। ਸਿੰਘਾਂ ਦੀ ਤਾਂ ਹਰ ਇੱਕ ਸ਼ਸਤਰ ਦੇ ਉੱਤੇ ਮੁਹਾਰਤ ਹੈ, ਪਰ ਬੰਦੂਕ ਦਾ ਤਾਂ ਗੁਰੂ ਗੋਬਿੰਦ ਸਿੰਘ ਸਾਹਿਬ ਵੱਲੋਂ ਵਰ ਹੈ ਖਾਲਸੇ ਨੂੰ, ਵੀ ਜਿਹੜੀ ਖਾਲਸੇ ਦੀ ਬੰਦੂਕ ਹੈ ਇਹਦੀ ਕੋਈ ਚਾਲ ਨਹੀਂ ਚੱਲੇਗਾ ਤੇ ਉਹ ਵਾਕਈ ਬਚਨ ਸੱਤ ਹੈ। ਜੋ ਸਰਬ ਲੋ ਦਸਮ ਪਾਤਸ਼ਾਹ ਦੀ ਬਾਣੀ ਹੈ ਸ਼ਸਤਰ ਨਾਮ ਮਾਲਾ, ਉਹਦੇ ਵਿੱਚ ਸਤਿਗੁਰਾਂ ਨੇ ਬੰਦੂਕ ਨੂੰ ਸਿੱਧ ਕੀਤਾ ਹੋਇਆ ਹੈ ਸ਼ਬਦ ਦੇ ਨਾਲ, ਕਿਉਂਕਿ ਸ਼ਸਤਰਾਂ ਨੂੰ ਵੀ ਸ਼ਬਦ ਨਾਲ ਸਿੱਧ ਕੀਤਾ ਜਾਂਦਾ। ਉਹ ਜਿਹੜੇ ਸ਼ਸਤਰ ਸਿੱਧ ਕੀਤੇ ਜਾਂਦੇ ਉਹਨਾਂ ਦੇ ਵਾਰ ਅਚੂਕ ਹੁੰਦੇ ਆ। ਤਾਂ ਸਤਿਗੁਰੂ ਕਲਗੀਧਰ ਜੀ ਨੇ ਜੋ ਸ਼ਸਤਰ ਨਾਮ ਵਾਲਾ ਲਿਖੀ ਬਾਣੀ, ਉਹਦੇ 'ਚ ਬਹੁਤ ਸਾਰੇ ਚੱਕਰਾਂ ਨੂੰ, ਤਲਵਾਰਾਂ ਨੂੰ, ਖੰਡਿਆਂ ਨੂੰ, ਸ਼ਸਤਰਾਂ ਨੂੰ ਮਹਾਰਾਜ ਜੀ ਨੇ ਸਿੱਧ ਕੀਤਾ, ਪਰ ਬੰਦੂਕ ਉੱਤੇ ਬਹੁਤ ਜ਼ਿਆਦਾ ਜ਼ੋਰ ਲਾਇਆ ਹੈ। ਐਸੇ ਮੰਤਰ ਉਸ ਬਾਣੀ ਦੇ ਵਿੱਚ ਹਨ ਜਿਹਦੇ ਨਾਲ ਬੰਦੂਕ ਦੇ ਵਿੱਚ ਬੇਅੰਤ ਸ਼ਕਤੀ ਆ ਜਾਂਦੀ ਹੈ। ਇਹ ਜਿਹੜੇ ਅਧਿਆਤਮਿਕ ਤੌਰ ਤੇ ਸਾਧਨਾ ਕਰਦੇ ਉਹਨਾਂ ਨੂੰ ਪਤਾ ਹੁੰਦਾ ਹੈ। ਸੋ ਖਾਲਸੇ ਦੀ ਬੰਦੂਕ ਦਾ ਜੋ ਸਿੱਧ ਵਾਰ ਸੀਗਾ ਜੈਨ ਖਾਂ ਦੀਆਂ ਫੌਜਾਂ ਕੋਲੋਂ ਝੱਲਿਆ ਨਹੀਂ ਗਿਆ। ਇੱਕ ਕਰ ਵਿਦਿਆ ਦੁਇਓ ਦਇਆ ਭਗਉਤੀ, ਕਹਿੰਦੇ ਇੱਕ ਤੇ ਖਾਲਸੇ ਦੇ ਕਰ ਵਿਦਿਆ, ਕਰ ਵਿਦਿਆ ਦਾ ਮਤਲਬ ਹੁੰਦਾ ਦਸਤਕਾਰੀ ਦੀ ਵਿਦਿਆ, ਕਰਤੱਵ ਵਿਦਿਆ, ਸਿੰਘਾਂ ਦੀ ਮਿਹਨਤ ਬੜੀ ਸੀ। ਦੂਏ ਦਇਆ ਭਗਉਤੀ, ਦੂਸਰੇ ਅਕਾਲ ਪੁਰਖ ਦੀ ਸ਼ਕਤੀ ਜੋ ਸ੍ਰੀ ਭਗਉਤੀ ਜੀ ਸਹਾਏ, ਉਹ ਸਦਾ ਖਾਲਸੇ ਦੇ ਸਿਰ ਤੇ ਹੱਥ ਰੱਖਦੀ ਹੈ। ਆਦ ਸ਼ਕਤੀ ਚੰਡਕਾ, ਉਹਦੀ ਦਇਆ ਨਾਲ ਸਿੰਘਾਂ ਦਾ ਵਾਰ ਖਾਲੀ ਨਹੀਂ ਜਾਂਦਾ। ਹੋਏ ਨਾ ਕਾਜ ਕਿਮ ਸਿਖਣ ਸਜਾਉਤੀ, ਖਾਲਸੇ ਦਾ ਕੰਮ ਕਿਉਂ ਨਾ ਹੋਵੇ ਜਦੋਂ ਸਦਾ ਅੰਗ ਸੰਗ ਰਹਿੰਦੀ ਹੈ ਭਗਉਤੀ ਖਾਲਸੇ ਦੇ। ਦੋਹਰਾ ਛਲਕ ਦਈ ਜਬ ਖਾਲਸੇ ਗਿਲਜੇ ਸਨਮੁਖ ਹੋਏ, ਜਦੋਂ ਖਾਲਸੇ ਨੇ ਬੰਦੂਕਾਂ ਦੀ ਛਲਕ ਛੱਡੀ, ਲਗਾਤਾਰ ਤਾਬੜ ਤੋੜ ਗੋਲੀਆਂ ਦਾ ਮੀਂਹ ਗਿਲਜਿਆਂ ਤੇ ਵਰਾਇਆ। ਗਈ ਖਾਏ ਰੁਕੜਾ ਉਸੈ ਪਰਿਓ ਭੂਮ ਗਿਰ ਤੋਏ, ਜੈਨ ਖਾਂ ਦੇ ਕਾਲਜੇ ਵਿੱਚ ਗੋਲੀ ਵੱਜੀ ਤੇ ਉਹਦੇ ਸਾਥੀ ਤੇ ਉਹ ਧਰਤੀ ਤੇ ਧੜਮ ਡਿੱਗੇ। ਜਾਓ ਪਈ ਬਹੁਤ ਗਾਉ ਗਾਉ ਤਹ ਗਿਲਜਨ ਕਰਿਓ, ਉੱਥੇ ਗਿਲਜਿਆਂ ਨੇ ਬੜਾ ਰੌਲਾ ਕੋਲਾ ਕੀਤਾ, ਬਹੁਤ ਚੀਕ ਝਾੜਾ ਮਚਿਆ। ਬ੍ਰਕੁਨ ਕਹਿ ਚੱਕਣ ਉਚਰਿਓ, ਬਕੁਨ ਕਹਿ ਕੇ ਉਹਨਾਂ ਦੀ ਬੋਲੀ ਹੈ ਉਧਰ ਦੀ, ਆਪਣੀ ਬੋਲੀ ਵਿੱਚ ਬਕੁਨ ਕਹਿ ਕੇ ਚੁੱਕਣਾ ਚਾਹੁੰਦੇ ਜੈਨ ਖਾਨ ਨੂੰ ਵੀ ਉਹਦੀ ਲਾਸ਼ ਹੀ ਚੁੱਕ ਲਈਏ। ਤਉ ਸਿੰਘਣ ਨੇ ਲੀਨੋ ਜਾਣ, ਖਾਲਸੇ ਨੂੰ ਪਤਾ ਲੱਗ ਗਿਆ ਵੀ ਜਿਹੜਾ ਇਹ ਬਕੁਨ ਬੋਲਦੇ ਵੀ ਚੁੱਕ ਲੋ, ਇਹਦਾ ਮਤਲਬ ਹੈ ਵੀ ਜੈਨ ਖਾਂ ਮਰ ਗਿਆ ਹੈ। ਇਹਾਂ ਗਿਰਿਓ ਹੈ ਜੈਨੋ ਪਠਾਨ, ਇੱਥੇ ਡਿੱਗਾ ਹੋਇਆ ਜੈਨਾ, ਜਿਹੜਾ ਰੌਲਾ ਪਾ ਰਹੇ ਨੇ ਇਹਦਾ ਮਤਲਬ ਹੈ ਵੀ ਉਹਦਾ ਕੰਮ ਹੋ ਗਿਆ ਹੈ। ਹਾਂਜੀ, ਤਉ ਲਓ ਆਨ ਸਿੰਘ ਬਹੁਰਲੇ, ਤਾਂ ਫਿਰ ਸਿੰਘਾਂ ਦਾ ਬਹੁਤ ਕਰੜਾ ਦਲ, ਕੋਈ ਦਲੇਰ ਸੂਰਮੇ ਜਿਹੜੇ ਚੰਗੇ ਚੋਣਵੇਂ ਸਨ, ਘੋੜੇ ਦੜਾ ਕੇ ਉੱਥੇ ਪਹੁੰਚ ਗਏ ਵੀ ਕਿਤੇ ਜੈਨੇ ਨੂੰ ਜਿਉਂਦੇ ਨੂੰ ਨਾ ਲੈ ਜਾਣ। ਛੋੜ ਲੋਥ ਭੱਜ ਗਿਲਜੇ ਚੱਲੇ, ਜਦੋਂ ਖਾਲਸੇ ਦੇ ਚੰਗੇ ਜਵਾਨ ਅਕਾਲ ਦੇ ਚਕਾਰਿਕ ਜਾ ਕੇ ਜੈਨ ਖਾਂ ਦੀ ਲਾਸ਼ ਦੇ ਨੇੜੇ ਆਏ, ਜਿਹੜੇ ਲਾਸ਼ ਚੁੱਕ ਰਹੇ ਸਨ ਬਕੁਨ ਕਰਕੇ,
ਉਹ ਲਾਸ਼ ਛੱਡ ਕੇ ਭੱਜ ਗਏ। ਹਾਂਜੀ, ਜਹ ਜਹ ਜਾਹੇ ਤਹ ਤਹ ਮਾਰੈ। ਸਿੰਘ ਉਹਨਾਂ ਦੇ ਪਿੱਛੇ ਪੈ ਗਏ। ਜਿੱਧਰ ਪਠਾਨ ਜਾਂਦੇ ਸਿੰਘ ਤੇਗਾਂ ਨਾਲ ਇੰਜ ਵੱਢਦੇ ਜਿਵੇਂ ਗਾਜਰਾਂ ਮੂਲੀਆਂ ਵੱਢੀਆਂ ਜਾਂਦੀਆਂ। ਜਾਨ ਰੱਖੋ ਕਹਿ ਸ਼ਸਤਰ ਡਾਰੈ। ਤੇ ਉਹ ਕਹਿੰਦੇ ਸਾਨੂੰ ਨਾ ਮਾਰੋ, ਤੇ ਕਹਿੰਦੇ ਸ਼ਸਤਰ ਰੱਖ ਦਿੰਦੇ ਥੱਲੇ, ਨਾ ਮਾਰੋ ਨਾ ਮਾਰੋ, ਤੇ ਹਥਿਆਰ ਸੁੱਟਦੇ ਸਿੰਘਾਂ ਦੇ ਸਾਹਮਣੇ। ਜਿਨ ਉਤ ਸ਼ਸਤਰ ਦੀਨੇ ਡਾਰ। ਜਿਹਨਾਂ ਪਠਾਣਾ ਨੇ ਸ਼ਸਤਰ ਸੁੱਟ ਦਿੱਤੇ, ਹਥਿਆਰ ਸੁੱਟ ਕੇ ਹੱਥ ਖੜੇ ਕਰ ਦਿੱਤੇ। ਤਿੰਨ ਪੈ ਸਿੰਘਨ ਕੀਓ ਨਾ ਵਾਰ। ਉਹਨਾਂ ਨਿਹੱਥਿਆਂ ਉੱਤੇ ਖਾਲਸੇ ਨੇ ਵਾਰ ਨਹੀਂ ਕੀਤਾ, ਕਿਉਂਕਿ ਮਹਾਰਾਜ ਦਾ ਹੁਕਮ ਹੈ ਵੀ ਨਿਹੱਥੇ ਉੱਤੇ, ਭੱਜੇ ਜਾਂਦੇ ਉੱਤੇ ਔਰ ਡਿੱਗੇ ਉੱਤੇ ਔਰ ਇਸਤਰੀ ਉੱਤੇ, ਬੱਚੇ ਉੱਤੇ, ਬੁੱਢੇ ਉੱਤੇ ਖਾਲਸਾ ਵਾਰ ਨਹੀਂ ਕਰਦਾ। ਹਾਂਜੀ, ਸਿੰਘ ਦਇਆ ਕੋ ਰੂਪ ਸੋ ਆਹੇ। ਖਾਲਸਾ ਦਇਆ ਦਾ ਰੂਪ ਹੈ। ਖਾਲਸੇ ਦੀ ਤੇਗ ਕਸਾਈਆਂ ਵਾਲੀ ਨਹੀਂ ਹੈ। ਖਾਲਸੇ ਦੀ ਤੇਗ ਰੱਖਿਆ ਵਾਸਤੇ ਹੈ, ਜ਼ੁਲਮ ਨੂੰ ਨਾਸ਼ ਕਰਨ ਲਈ, ਧਰਮ ਦਾ ਪ੍ਰਕਾਸ਼ ਕਰਨ ਲਈ। ਉਹਨਾਂ ਦੇ ਹੱਥਿਆਂ ਉੱਤੇ ਸਿੰਘਾਂ ਨੇ ਵਾਰ ਨਹੀਂ ਕੀਤੇ, ਜਿਨ੍ਹਾਂ ਨੇ ਪਠਾਣਾ ਨੇ ਸ਼ਸਤਰ ਰੱਖ ਦਿੱਤੇ। ਲਏ ਨਾ ਬਦਲੇ ਉਨ ਤੇ ਕਾਹੇ। ਉਹਨਾਂ ਤੋਂ ਬਦਲਾ ਵੀ ਨਹੀਂ ਲਿਆ, ਉਹਨਾਂ ਨੂੰ ਛੱਡ ਦਿੱਤਾ। ਫਿਰ ਘੋੜੇ ਸ਼ਸਤਰ ਉਸ਼ਟ ਜੋ ਮਾਲ। ਬਾਕੀ ਜਿਹੜਾ ਉਹਨਾਂ ਦੇ ਘੋੜੇ ਸਨ ਉਹ ਖੋਹ ਲਏ, ਸ਼ਸਤਰ ਵੀ ਖੋਹ ਲਏ, ਊਂਠ ਖੋਹ ਲਏ, ਸਭ ਸਮਾਨ ਉਹਨਾਂ ਦਾ ਮਾਲਾਂ ਲੱਦਿਆ ਲਦਾਇਆ ਖੋਹ ਲਿਆ ਸਾਰਾ। ਲੁੱਟਣ ਵਾਲੇ ਭਏ ਨਿਹਾਲ। ਜਿਨ੍ਹਾਂ ਨੇ ਮਾਲ ਲੁੱਟਿਆ ਸਰਹੰਦ ਦੀ ਫੌਜ ਦਾ ਨਿਹਾਲ ਹੋ ਗਏ। ਦੋ ਦਲ ਲੁੱਟ ਕਰ ਖੁਸ਼ ਭਏ। ਬੁੱਢਾ ਦਲ ਤੇ ਤਰਨਾ ਦਲ, ਦੋਵੇਂ ਦਲ ਖਾਲਸੇ ਦੇ ਇਸ ਲੁੱਟ ਮਾਰ ਨਾਲ ਮਾਲਾ ਮਾਲ ਹੋ ਗਏ, ਖੁਸ਼ ਹੋ ਗਏ। ਕਈਆਂ ਕੋ ਵੱਡ ਦਾਲਤ ਗਏ। ਦਲਿੱਦਰ ਸਾਰਿਆਂ ਦਾ ਚਲਾ ਗਿਆ, ਗਰੀਬੀ ਭੁੱਖ ਖਾਲਸੇ ਦੀ ਮਿਟ ਗਈ ਸਾਰੀ। ਦੋਹਰਾ ਲੱਦੇ ਲਦਾਏ ਊਠ ਵੱਡ। ਆਓ ਕਸੀ ਕਸਾਈ ਤੋਪ। ਲੱਦੇ ਲਦਾਏ ਊਠ, ਕਸੀਆਂ ਕਸਾਈਆਂ ਤੋਪਾਂ ਖਾਲਸੇ ਦੇ ਹੱਥ ਆ ਗਈਆਂ। ਜਿਸ ਕੀ ਨਜ਼ਰੀ ਆਏ ਪਏ ਲਏ ਸਾਂਭ ਕਰ ਚੋਪ। ਇਹਦੇ ਹੱਥ ਜੋ ਆਇਆ ਉਹਨੇ ਸਾਂਭ ਲਿਆ। ਬੁੱਢਾ ਦਲ ਤਰਨਾ ਦਲ ਨੇ ਸਰਹੰਦ ਦੇ ਉੱਤੇ ਕਬਜ਼ਾ ਕਰ ਲਿਆ। ਜਾਓ ਪਈ 1800 ਪਰ ਸਾਲ ਤੋਂ ਬੀਸਾ। 1820 ਦੇ ਵਿੱਚ, ਯਾਨੀ ਕਿ 1763 ਦੇ ਵਿੱਚ, ਯਾਨੀ ਅਬਦਾਲੀ ਦੇ ਨਾਲ ਜੰਗ ਹੋਣ ਤੋਂ ਕੋਈ 1.25 ਸਾਲ ਬਾਅਦ ਸਿੰਘਾਂ ਨੇ ਸਰਹੰਦ ਖੋਹ ਲਈ। ਹਾਂਜੀ, ਬੀਤ ਗਏ ਪਰ ਵਿਕਰਮ ਨਰੀਸ਼ਾ। ਸੋ ਬਿਕਰਮੀ ਸਨ 1820 ਈਸਵੀ 1763 ਦੇ ਵਿੱਚ ਮਾਘ ਚੌਥ ਸਿਰਹੰਦੋ ਕੋਹ ਚਾਰ। ਮਾਘ ਦੀ ਚੌਥ, ਮਾਘ ਮਹੀਨਾ ਸੀਗਾ, ਸਰਦੀ ਦੇ ਦਿਨ ਸਨ। ਦੇਖੋ ਸਾਲ ਹੀ ਪਿਆ ਸਮਝੋ। ਇੱਕ ਪਿਛਲੇ ਸਾਲ ਫਰਵਰੀ ਦੇ ਵਿੱਚ ਇਹ ਲੜਾਈ ਅਬਦਾਲੀ ਨੇ ਕੀਤੀ ਸੀ, ਜਿਹਨੂੰ ਵੱਡਾ ਕੱਲੂਕਾਰਾ ਕਹਿੰਦੇ ਆ। ਤੇ ਅਗਲੇ ਸਾਲ, 1 ਸਾਲ ਪਿੱਛੋਂ ਸਿੰਘਾਂ ਨੇ ਸਰਹੰਦ 'ਚ ਬਦਲਾ ਲੈ ਲਿਆ ਜੈਨ ਖਾਂ ਨੂੰ ਮਾਰ ਕੇ। ਪੀਰ ਜੈਨ ਢਿਗ ਜੈਨੋ ਲਿਓ ਮਾਰ। ਜਿੱਥੇ ਪੀਰ ਜੈਨ ਜਗ੍ਹਾ ਹੈ ਉੱਥੇ ਸਰਹੰਦ ਦੇ ਲਾਗੇ ਪੀਰ ਜੈਨ ਦੇ ਕੋਲ ਹੀ ਜੈਨ ਖਾਂ ਨੂੰ ਮਾਰ ਕੇ ਦੱਬ ਦਿੱਤਾ। ਦੋਹਰਾ ਆਗੇ ਸੁਨੋ ਸਰਹੰਦ ਕੋ ਜਿਮ ਲੁੱਟੀ ਤੀਜੀ ਬਾਰ। ਹੁਣ ਸੁਣੋ, ਸਰਹੰਦ ਤੀਜੀ ਵਾਰ ਸਿੰਘਾਂ ਨੇ ਲੁੱਟਿਆ। 2 ਵਾਰੀ ਪਹਿਲਾਂ, ਇੱਕ ਵਾਰੀ ਬਾਬੇ ਬੰਦੇ ਬਹਾਦਰ ਨੇ ਲੁੱਟਿਆ ਸੀ, ਇੱਕ ਵਾਰੀ ਇਸ ਤੋਂ ਥੋੜੇ ਸਾਲ ਪਹਿਲਾਂ ਸਿੰਘਾਂ ਨੇ ਫਤਿਹ ਕੀਤੀ ਸੀ। ਹੁਣ ਤੀਜੀ ਵਾਰ ਸਰਹੰਦ ਤੇ ਖਾਲਸਾ ਕਾਬਜ ਹੋ ਗਿਆ। ਮਾਲ ਲੁੱਟਿਓ ਬੋਦਾ ਕੀਓ ਕਿਲੇ ਢਾਹੇ ਕੀਓ ਖਵਾਰ। ਸਾਰਾ ਸ਼ਹਿਰ ਸਿੰਘਾਂ ਨੇ ਲੁੱਟ ਲਿਆ। ਜੋ ਮਹਾਰਾਜ 10ਵੇਂ ਪਾਤਸ਼ਾਹ ਦੇ ਬਚਨ ਸਨ ਕਿ ਮੇਰੇ ਸਿੰਘ ਇਸ ਸਰਹੰਦ ਦਾ ਇੱਟ ਨਾਲ ਇੱਟ ਖੜਕਾ ਕੇ ਸਰਵਨਾਸ਼ ਕਰਨਗੇ। ਉਸ ਵੇਲੇ ਸਾਧ ਸੰਗਤ ਜੀ, ਜਦੋਂ ਬਾਬਾ ਬੰਦਾ ਸਿੰਘ ਜੀ ਬਹਾਦਰ ਆਏ, ਕਾਫੀ ਸਰਹੰਦ ਢਾਈ, ਪਰ ਪਿੱਛੋਂ ਬਾਬੇ ਬੰਦੇ ਬਹਾਦਰ ਨੇ ਰੋਕ ਦਿੱਤਾ ਵੀ ਚਲੋ ਇੱਥੇ ਰਾਜ ਕਰਾਂਗੇ, ਇਲਾਕਾ ਵੀ ਤਾਂ ਚਾਹੀਦਾ ਹੈ। ਤੇ ਸਿੰਘ ਕਈ ਨਾਰਾਜ਼ ਹੋਏ ਵੀ ਇਹ ਇੱਥੇ ਰਾਜ ਕੀ ਕਰਨਾ, ਆਪਾਂ ਇਹਨੂੰ ਢਾਹ ਹੀ ਦਈਏ। ਪਰ ਫਿਰ ਵੀ ਜੋ ਭਾਣਾ ਪਰਮੇਸ਼ਰ ਦਾ ਹੁੰਦਾ ਉਵੇਂ ਵਰਤ ਕੇ ਰਹਿੰਦਾ ਹੈ। ਸਰਹੰਦ ਪੂਰੀ ਤਰ੍ਹਾਂ ਖਤਮ ਨਾ ਹੋ ਸਕੀ, ਥੋੜੀ ਜਿਹੀ ਰਹਿ ਗਈ। ਜਿਹੜੀ ਰਹਿ ਗਈ ਉਹ ਹੁਣ ਖਾਲਸਾ ਢਾਹ ਰਿਹਾ ਹੈ। ਜਾਓ ਪਈ ਕਈ ਦਿਵਸ ਸਿੰਘ ਬਾਹਰੇ ਬਹੈ। ਸਿੰਘ ਕਈ ਦਿਨ ਤਾਂ ਬਾਹਰ ਹੀ ਰਹੇ। ਉਹਨਾਂ ਨੇ ਕਿਲੇ ਤੇ ਕਬਜ਼ਾ ਕਰਨ ਦੇ ਵੀ ਕੋਈ ਕੋਸ਼ਿਸ਼ ਨਾ ਕੀਤੀ ਤੇ ਸ਼ਹਿਰ ਚੰਗੀ ਤਰ੍ਹਾਂ ਬਰਬਾਦ ਕੀਤਾ। ਲੁੱਟ ਲਿਜਾਵੇਂ ਵਿੱਚ ਨਾ ਬਹੈ। ਲੁੱਟ ਕੇ ਲਿਜਾਂਦੇ ਸੀ, ਇਹਦੇ 'ਚ ਬਹਿੰਦੇ ਨਹੀਂ ਸੀ। ਕਹਿੰਦੇ ਸਰਹੰਦ ਨਰਕ ਹੈ, ਇਹਦੇ 'ਚ ਨਹੀਂ ਰਹਿਣਾ। ਹਾਂਜੀ, ਸਿੰਘਨ ਕਰੀ ਥੀ ਪ੍ਰਥਮ ਅਰਦਾਸ। ਖਾਲਸੇ ਨੇ ਪਹਿਲਾਂ ਅਰਦਾਸ ਕੀਤੀ ਸੀ ਸਿੰਘਾਂ ਨੇ, ਰਾਖੀ ਕਰੈ ਇਸ ਤਿਸ ਹੋਏ ਨਾਸ਼। ਜਿਹੜਾ ਸਰਹੰਦ ਦੀ ਰਾਖੀ ਕਰੇਗਾ ਉਹਦਾ ਨਾਸ ਹੋ ਜਾਏਗਾ। ਕਿਉਂਕਿ
ਸਰਹੰਦ ਮਾਰਨੀ ਹੈ, ਉਜਾੜਨੀ ਹੈ, ਖਤਮ ਕਰਨੀ ਹੈ, ਗੁਰੂ ਦਾ ਬਚਨ ਹੈ। ਇੱਥੇ ਰਾਜ ਨਹੀਂ ਕਰਨਾ। ਇੱਥੇ ਬਾਬੇ ਬੰਦੇ ਬਹਾਦਰ ਨੇ ਵੀ ਇੱਥੇ ਰਾਜ ਨਹੀਂ ਕੀਤਾ, ਕਬਜ਼ਾ ਕਰ ਲਿਆ। ਰਾਜਧਾਨੀ ਆਪਣੀ ਉਸਨੇ ਮੁਖਲਸਗੜ੍ਹ ਦੇ ਉੱਤੇ ਕਬਜ਼ਾ ਕਰਕੇ ਉੱਥੇ ਬਣਾਈ। ਕਦੀ ਉਸ ਇਲਾਕੇ ਦੇ ਜਿਹੜੇ ਭੇਤੀ ਹਨ ਉਹਨਾਂ ਨੂੰ ਪਤਾ ਹੈ ਕਿ ਜਮਨਾ ਨਗਰ ਜਗਾਦਰੀ ਤੋਂ 20 ਕਿਲੋਮੀਟਰ ਦੀ ਵਿੱਥ ਦੇ ਉੱਤੇ ਇੱਕ ਤੀਰਥ ਹੈ ਕਪਾਲ ਮੋਚਨ। ਕਪਾਲ ਮੋਚਨ ਤੋਂ 17 ਕਿਲੋਮੀਟਰ ਉੱਪਰ ਹੋਰ ਪਹਾੜ ਨੂੰ ਜਾਈਏ, ਉਹ ਜਗ੍ਹਾ ਦਾ ਨਾਮ ਹੈ ਮੁਖਲਿਸਗੜ੍ਹ। ਪਹਿਲਾ ਨਾਮ ਬੰਦੇ ਬਹਾਦਰ ਨੇ ਨਾਮ ਰੱਖਿਆ ਲੋਹਗੜ੍ਹ। ਉੱਥੇ ਬੰਦੇ ਬਹਾਦਰ ਦਾ ਕਿਲਾ, ਭਾਵੇਂ ਹੁਣ ਕਿਲਾ ਤਾਂ ਢਹਿ ਚੁੱਕਾ, ਪਰ ਕਿਲੇ ਦੀਆਂ ਨੀਹਾਂ ਨਜ਼ਰ ਆਉਂਦੀਆਂ। ਤੇ ਪਹਾੜ ਦੀ ਚੋਟੀ ਦੇ ਉੱਤੇ ਉਹ ਖਾਲਸੇ ਦੀ ਰਾਜਧਾਨੀ ਸਭ ਤੋਂ ਪਹਿਲੀ ਉਹ ਬਣਾਈ ਸੀ, ਉਸ ਨੂੰ ਕਹਿੰਦੇ ਲੋਹਗੜ੍ਹ। ਸਰਹੰਦ ਵਿੱਚ ਬਾਬੇ ਬੰਦੇ ਬਹਾਦਰ ਨੇ ਰਾਜ ਨਹੀਂ ਕੀਤਾ, ਪਰ ਸਰਹੰਦ ਥੋੜੀ ਬਚਾ ਲਈ ਸੀ। ਜਿਹੜੀ ਬਚ ਗਈ ਸੀ ਉਹ ਫਿਰ ਤੁਰਕਾਂ ਨੇ ਕਬਜ਼ਾ ਕਰਕੇ ਫਿਰ ਵਧੀਆ ਬਣਾ ਲਈ ਸੀ। ਸਿੰਘ ਕਹਿੰਦੇ ਇਹਨੂੰ ਰਹਿਣ ਨਹੀਂ ਦੇਣਾ, ਇਹਨੂੰ ਉਜਾੜ ਦੇਣਾ, ਖਤਮ ਕਰ ਦੇਣਾ। ਜਿਹੜਾ ਇਸ ਸ਼ਹਿਰ ਦੇ ਵਿੱਚ ਇਹਦੀ ਰਾਖੀ ਕਰੇਗਾ ਉਹ ਗੁਰੂ ਦਾ ਦੋਖੀ ਹੋਵੇਗਾ। ਹਾਂਜੀ, यहाँ गजब है गाढ़ा हुआ। ਇਹ ਧਰਤੀ ਸਰਹੰਦ ਦੀ, ਇੱਥੇ ਦੁਨੀਆ ਦਾ ਸਭ ਤੋਂ ਵੱਡਾ ਪਾਪ ਹੋਇਆ, ਬੜਾ ਭਾਰੀ ਗਜਬ ਹੋਇਆ, ਬੜਾ ਵੱਡਾ ਸਾਕਾ ਹੋਇਆ। इस पर सतगुर दुख कै कुआ। ਇਹਦੇ ਉੱਤੇ ਗੁਰੂ ਸਾਹਿਬ ਦੁਖੀ ਹੋ ਕੇ ਕੂਏ ਹਨ, ਭਾਵ ਗੁਰੂ ਸਾਹਿਬ ਦੀ ਆਤਮਾ ਨੂੰ, ਦਿਲ ਨੂੰ ਦੁਖਾਇਆ ਇਸ ਧਰਤੀ ਨੇ। ਇਸ ਕਰਕੇ ਸਤਿਗੁਰੂ ਜੀ ਦਾ ਬਚਨ ਹੋਇਆ ਵੀ ਕਾਈ ਦਾ ਬੂਟਾ ਪੱਟ ਕੇ ਮਹਾਰਾਜ ਨੇ ਆਖਿਆ ਮੁਗਲਾਂ ਦੀ ਜੜ ਪੁੱਟੀ ਗਈ, ਔਰ ਇੱਥੇ ਹੁਣ ਜੋ ਇਹ ਸਰਹੰਦ ਹੈ ਇਹ ਖਤਮ ਹੋ ਜਾਵੇਗੀ। ਇਹ ਮਹਾਰਾਜ 10ਵੇਂ ਪਾਤਸ਼ਾਹ ਦੇ ਬਚਨ ਹੋਏ ਹਨ। बड़ो कहर है इस जग भया। ਇਸ ਜਗ੍ਹਾ ਤੇ ਬੜਾ ਭਾਰੀ ਕਹਿਰ ਹੋਇਆ। ਦੁਨੀਆ ਦਾ ਸਭ ਤੋਂ ਵੱਡਾ ਸਾਕਾ 7 ਸਾਲ ਤੇ 9 ਸਾਲ ਦੇ ਸਾਹਿਬਜ਼ਾਦੇ ਧੰਨ ਧੰਨ ਬਾਬਾ ਜ਼ੋਰਾਵਰ ਸਿੰਘ, ਬਾਬਾ ਫਤਿਹ ਸਿੰਘ ਸਾਹਿਬ ਜੀ ਇੱਥੇ ਸ਼ਹੀਦ ਹੋਏ। बालक विदोषन गल कट दया। ਇੱਥੇ ਵਿਦੋਸ਼ੇ ਬੱਚਿਆਂ ਨੂੰ ਸ਼ਹੀਦ ਕੀਤਾ, ਨੀਹਾਂ ਵਿੱਚ ਚਿਣ ਕੇ ਉਹਨਾਂ ਦੀਆਂ ਗਰਦਨਾਂ ਲਾਈਆਂ ਗਈਆਂ। ਇੱਥੇ ਉਹ ਜ਼ੁਲਮ ਹੋਇਆ ਹੈ। नह बालक उन मंदा बोले। ਉਹਨਾਂ ਬਾਲਕਾਂ ਦਾ ਕਸੂਰ ਕੋਈ ਨਹੀਂ ਸੀ, ਉਹਨਾਂ ਨੇ ਤਾਂ ਕਿਸੇ ਨੂੰ ਮਾੜਾ ਵੀ ਨਹੀਂ ਸੀ ਬੋਲਿਆ। लुकी न थी माया उन कोले। ਔਰ ਨਾ ਉਹਨਾਂ ਕੋਲ ਕੋਈ ਪੈਸਾ ਲੁਕਿਆ ਸੀ ਜਿਹੜਾ ਸੂਬੇ ਨੇ ਉਹਨਾਂ ਨੂੰ ਡਰਾ ਦੇ ਕੇ ਜਾਂ ਧਮਕੀ ਦੇ ਕੇ ਕਢਾਣਾ ਸੀ। 1400 यहाँ देहल सिख की। ਉਸ ਵੇਲੇ 1400 ਸਿੱਖਾਂ ਦੇ ਘਰ ਵੀ ਇੱਥੇ ਸਨ। 1400 ਸਿੱਖ ਸਰਹੰਦ ਵਿੱਚ ਰਹਿੰਦੇ ਸੀ। ਸੁਲੱਖਣਾ ਮਸੰਦ ਵੀ ਇੱਥੇ ਰਹਿੰਦਾ ਸੀ, ਪਰ ਇੰਨੇ ਸਿੱਖਾਂ ਨੇ ਵੀ ਉਸ ਵੇਲੇ ਹਾਂ ਦਾ ਨਾਰਾ ਨਹੀਂ ਮਾਰਿਆ, ਸਾਹਿਬਜ਼ਾਦਿਆਂ ਨੂੰ ਛੁਡਾ ਨਹੀਂ ਸਕੇ। ਮਸੰਦ ਸੁਲੱਖਣੋ ਇਸ ਹੀ ਵਿੱਚ ਸੀ। ਸੁਲੱਖਣਾ ਮਸੰਦ ਦੇ ਸਰਹੰਦ ਦਾ ਮਸੰਦ ਸੀ, ਉਹ ਵੀ ਸਰਹੰਦ ਵਿੱਚ ਬੈਠਾ ਸੀ। 1400 ਘਰ ਸਿੱਖਾਂ ਦੇ ਸਨ। ਉਹਨਾਂ ਨੇ ਵੀ ਇਹ ਨਹੀਂ ਸੋਚਿਆ ਵੀ ਅਸੀਂ ਸਾਹਿਬਜ਼ਾਦੇ ਛੁਡਾ ਲਈਏ। ਕਰੋੜ ਰੁਪਈਓ ਭਰ ਦਿੱਤੋ ਉਨੈ। ਕਰੋੜ ਰੁਪਈਆ ਭਰ ਕੇ ਦਿੱਤਾ। ਜੋ ਸਭ ਗਜਬ ਨਾ ਕਰਤੇ ਕੌਨੇ। ਜੇ ਉਹ ਗਜਬ ਨਾ ਹੁੰਦਾ, ਉਹ ਜ਼ੁਲਮ ਨਾ ਹੁੰਦਾ ਤੇ ਸਰਹੰਦ ਬਚ ਜਾਂਦਾ। ਇਹਾਂ ਗਦਨ ਕੈ ਹਲ ਚਲਵਾਇਓ। ਇੱਥੇ ਗੁਰੂ ਖਾਲਸਾ ਕਹਿੰਦਾ ਵੀ ਮਹਾਰਾਜ ਦੇ ਬਚਨ ਨੇ ਸਰਹੰਦ ਦੇ ਉੱਤੇ ਗਧਿਆਂ ਦਾ ਹਲ ਚੱਲੇਗਾ। ਗਧਿਆਂ ਦਾ ਹਲ ਜਿਵੇਂ ਕੋਈ ਖੇਤੀ ਵਾਹੇ ਇਦਾਂ ਜਿਵੇਂ ਬਲਦਾਂ ਨਾਲ ਵਾਹੁੰਦੇ ਨਾ, ਇਦਾਂ ਗਧਿਆਂ ਦੇ ਪਿੱਛੇ ਹਲ ਪਾ ਕੇ ਫੇਰਨਗੇ ਸਿੰਘੇ। ਬਚਨ ਹੈ ਸਤਿਗੁਰਾਂ ਦਾ। ਯਾ ਕੀ ਇੱਟ ਮਦ ਦਰਿਆਏ ਰੁੜਾਇਓ। ਇਸ ਸ਼ਹਿਰ ਦੀਆਂ ਇੱਟਾਂ ਦਰਿਆ 'ਚ ਰੋੜ ਦਿੱਤੀਆਂ ਜਾਣਗੀਆਂ। ਸਤਲੁਜ ਤੇ ਬਿਆਸਾ ਵਿੱਚ ਔਰ ਜਮਨਾ ਵਿੱਚ, ਘੱਗਰ ਵਿੱਚ ਜਦੋਂ ਪੁਰਾਣੇ ਸਿੰਘ ਜਾਂਦੇ ਸੀ, ਸਾਧ ਸੰਗਤ ਜੀ ਬਜ਼ੁਰਗਾਂ ਤੋਂ ਸੁਣੀਦਾ ਹੈ ਕਿ ਅੱਜ ਤੋਂ ਕੋਈ 100 ਸਾਲ ਪਹਿਲਾਂ ਹੋਲੇ ਮਹੱਲੇ ਤੇ ਜਿਨ੍ਹਾਂ ਨੇ ਜਾਣਾ ਸਰਹੰਦ ਫਤਿਹਗੜ੍ਹ ਸਾਹਿਬ ਮੱਥਾ ਟੇਕ ਕੇ 5-4 ਇੱਟਾਂ ਚੁੱਕ ਕੇ ਲਿਜਾਣੀਆਂ, ਅੱਗੇ ਕੋਈ ਨਦੀ ਆਉਣੀ 'ਚ ਸੁੱਟ ਦੇਣੀਆਂ। ਉਹ ਫਤਿਹਗੜ੍ਹ ਸਾਹਿਬ ਦੇ ਮੇਲੇ ਤੇ ਬੜੀ ਸੰਗਤ ਨੇ ਆਉਣਾ, ਗੱਡੇ ਵਾਲਿਆਂ ਨੇ 5-7 ਇੱਟਾਂ ਗੱਡੇ ਤੇ ਲੱਦ ਕੇ ਲੈ ਜਾਣੀਆਂ, ਸਤਲੁਜ ਸੁੱਟ ਦੇਣੀਆਂ। ਜਿਨ੍ਹਾਂ ਨੇ ਅੰਬਾਲੇ ਵਾਲੇ ਪਾਸੇ ਜਾਣਾ ਹੁੰਦਾ ਸੀ ਉਹਨਾਂ ਨੇ ਜਾ ਕੇ ਘੱਗਰ 'ਚ ਸੁੱਟ ਦੇਣੀਆਂ, ਜਮਨਾ 'ਚ ਸੁੱਟ ਦੇਣੀਆਂ। ਕੋਈ 100-150 ਸਾਲ ਇਦਾਂ ਹੀ ਚੱਲਦਾ ਰਿਹਾ। ਇੱਟਾਂ ਇਹਦੀਆਂ ਸ਼ਹਿਰ ਦੀਆਂ ਚੁੱਕ ਚੁੱਕ ਕੇ ਲੋਕ ਲਿਜਾਂਦੇ ਸੀਗੇ, ਨਦੀਆਂ 'ਚ ਰੋੜ ਦਿੰਦੇ ਸੀਗੇ ਦੂਰ। ਇੰਨਾ ਮਲਬਾ ਸੀ, ਇੰਨੀਆਂ ਇੱਟਾਂ ਸਨ, 150 ਸਾਲ 'ਚ ਮੁੱਕੀਆਂ ਨਹੀਂ। ਫਿਰ ਕੀ ਹੋਇਆ ਕਿ ਅੰਗਰੇਜ਼ਾਂ ਨੇ ਰੇਲਵੇ ਲਾਈਨ ਤਿਆਰ ਕੀਤੀ।
सन 1900 ਦੇ ਨੇੜੇ ਤੇੜੇ ਵੱਡੀ ਰੇਲਵੇ ਲਾਈਨ ਦਿੱਲੀ ਤੋਂ ਅੰਮ੍ਰਿਤਸਰ ਜਿਹੜੀ ਸਰਹੰਦ ਦੇ ਕੋਲੋਂ ਲੰਘੀ ਔਰ ਉਹਦੇ ਵਿੱਚੋਂ ਇੱਕ ਰੇਲਵੇ ਲਾਈਨ ਫਤਿਹਗੜ੍ਹ ਸਾਹਿਬ ਵੱਲੋਂ ਹੋ ਕੇ ਅਨੰਦਪੁਰ ਸਾਹਿਬ ਵੱਲ ਗਈ। ਇਹ ਜਿਹੜੀਆਂ ਲਾਈਨਾਂ ਬਣਾਈਆਂ ਰੇਲਵੇ ਲਾਈਨਾਂ ਅੰਗਰੇਜ਼ਾਂ ਨੇ, ਸ਼ਹਿਰ ਦਾ ਉਹ ਜਿਹੜਾ ਰੋੜਾ ਸੀ ਨਾ ਉਹ ਲਿਆ ਕੇ ਰੇਲਵੇ ਲਾਈਨ ਥੱਲੇ ਪਾਇਆ, ਕਿਉਂਕਿ ਉਹ ਜਿਹੜਾ ਛੋਟੀ ਸਰਹੰਦੀ ਇੱਟ ਕਹਿੰਦੇ ਅਜੇ ਨੂੰ, ਬੜਾ ਮਜ਼ਬੂਤ ਹੁੰਦੀ ਹੈ। ਉਹਨੂੰ ਤੋੜ ਕੇ ਤੇ ਵਿਛਾ ਤੇ ਪੱਥਰ ਤਾਂ ਬਾਅਦ ਵਿੱਚ ਪਾਉਣ ਲੱਗੇ। ਇਸ ਤਰ੍ਹਾਂ ਦੱਸਦੇ ਆ ਫਿਰ ਇਹ ਮਲਬਾ ਖਤਮ ਹੋਇਆ ਸ਼ਹਿਰ ਸਰਹੰਦ ਦਾ। ਹਾਂਜੀ, ਦੋਹਰਾ ਐਸੇ ਕਰਕੇ ਗੁਰਮਤੋ ਤਉ ਬੜੇ ਕਿਲੇ ਮਦ ਆਏ। ਇਦਾਂ ਦਾ ਗੁਰਮਤਾ ਕਰਕੇ ਸਿੰਘ ਸਰਹੰਦ ਦੇ ਕਿਲੇ 'ਚ ਜਾ ਵੜੇ। ਜਿਤ ਜਿਤ ਵੱਲ ਜੋ ਖੜ ਬਹੇ ਨਿਕਸੇ ਉਸੀ ਸੋ ਦਾਏ। ਜਿੱਥੇ ਜਿੱਥੇ ਸਿੰਘ ਬੈਠੇ ਸੀ ਉਧਰੋਂ ਪੈ ਗਏ ਕਿਲੇ ਨੂੰ। ਚਾਉ ਪਈ ਜਹੀ ਬਾਤ ਠਟ ਹੱਲੋ ਕੀਓ। ਇਹ ਗੁਰਮਤਾ ਕਰਕੇ ਹੱਲਾ ਕੀਤਾ, ਪਹਿਲਾਂ ਗੱਲ ਪੱਕੀ ਕਰ ਲਈ ਆਪਸ ਵਿੱਚ। ਚੱਪਾ ਚੱਪਾ ਕੋਟ ਥੋ ਵੰਡ ਲਿਓ। ਇਹ ਚੱਪਾ ਕਿਲਾ ਵੰਡ ਲਿਆ ਵੀ ਆਹ ਜਗ੍ਹਾ ਮੈਂ ਢਾਣੀ ਆ, ਤੂੰ ਢਾਣੀ ਆ, ਤੂੰ ਢਾਣੀ ਆ। ਕਿਲਾ ਨਹੀਂ ਰਹਿਣ ਦੇਣਾ ਸਰਹੰਦ ਦਾ। ਹਾਂਜੀ, ਢਾਹੇ ਲੰਕ ਜਿਮ ਪਲ ਮੈਂ ਦਏ। ਜਿਵੇਂ ਬਾਂਦਰਾਂ ਨੇ ਲੰਕਾ ਢਾ ਦਿੱਤੀ ਸੀ, ਰਾਵਣ ਦੀ ਸਾੜ ਦਿੱਤੀ ਸੀ, ਪਲ ਦੇ ਵਿੱਚ ਖਾਲਸੇ ਨੇ ਸਰਹੰਦ ਦਾ ਕਿਲਾ ਉਡਾ ਕੇ ਰੱਖ ਦਿੱਤਾ। ਹਾਂਜੀ, ਹੱਥ ਹਥੌੜੇ ਪੰਥ ਕਏ। ਸਿੰਘਾਂ ਦੇ ਹੱਥਾਂ ਵਿੱਚ ਹਥੌੜੇ ਆ ਗਏ, ਸੱਬਲ ਆ ਗਏ, ਗਿਣਤੀਆਂ ਆ ਗਈਆਂ ਤੇ ਪੈ ਗਏ ਕਿਲੇ ਨੂੰ ਢਾਣ ਲੱਗੇ ਹਨ। ਜਿਮ ਕਰ ਲਈ ਉਥੋਂ ਪ੍ਰਥਮ ਕਰਾਰ। ਜੋ ਪਹਿਲਾਂ ਇਰਾਦਾ ਕਰ ਲਿਆ ਸੀ ਵੀ ਆਪਾਂ ਸਰਹੰਦ ਦਾ ਕਿਲਾ ਬਚਾਉਣਾ ਨਹੀਂ, ਸਰਹੰਦ ਦੇ ਕਿਲੇ ਨੂੰ ਖਤਮ ਕਰਨਾ ਹੈ, ਨੇਸ਼ ਤੋਂ ਨਾਬੂਦ ਕਰਨਾ ਹੈ। ਹਾਂਜੀ, ਨਿਕਸੇ ਕਰ ਕਰ ਨਿਜ ਸੋਊ ਬਾਰ। ਸੋ ਖਾਲਸਾ ਜੀ ਜਿੰਨਾ ਹਿੱਸਾ ਇੱਕ ਸਿੰਘ ਨੂੰ ਆਉਂਦਾ ਸੀ ਉਹਨੇ ਢਾ ਦਿੱਤਾ ਤੇ ਫਟਾਫਟ ਪਲੋ ਪਲੀ ਸਰਹੰਦ ਦਾ ਕਿਲਾ ਜਿਹੜਾ ਕੱਲ ਨਜ਼ਰ ਆਉਂਦਾ ਸੀ ਬੜਾ ਵੱਡਾ ਕਿਲਾ, ਤੇ ਦੂਜੇ ਦਿਨ ਉਹਦੀ ਇੱਟ ਵੀ ਨਹੀਂ ਸੀ ਲੱਭਦੀ ਕਿੱਥੇ ਗਈ। ਹਾਂਜੀ, ਫੇਰ ਲਏ ਗਧੇ ਮੰਗਾਏ। ਫਿਰ ਗਧੇ ਮੰਗਾ ਲਏ ਸਿੰਘਾਂ ਨੇ, ਹਲ ਬਣਾਏ ਤਹ ਦਏ ਵਗਾਏ। ਗਧਿਆਂ ਦੇ ਪਿੱਛੇ ਹਲ ਫੇਰ ਕੇ ਤੇ ਸ਼ਹਿਰ ਦੇ ਵਿੱਚ ਇਹ ਗੱਲ ਦਾ ਸੰਕੇਤ ਦੇ ਦਿੱਤਾ ਢਾ ਕੇ ਸਾਰੇ ਵੀ ਏਦਾਂ ਸਾਰਾ ਖਤਮ ਕਰਨਾ, ਇੱਥੇ ਕੁਝ ਨਹੀਂ ਰਹਿਣ ਦੇਣਾ ਅਸੀਂ। ਵੱਡੇ ਸਰਦਾਰਨ ਹੱਥ ਆਪ ਲਾਇਓ। ਵੱਡੇ ਸਰਦਾਰਾਂ ਨੇ ਬਾਬਾ ਜੱਸਾ ਸਿੰਘ ਜੀ ਆਲੂਵਾਲੀਏ, ਚੜ੍ਹਤ ਸਿੰਘ ਸੂਕਰ ਚੱਕੀਏ, ਰਾਮ ਸਿੰਘ, ਜੈ ਸਿੰਘ, ਸਾਰੇ ਸਰਦਾਰਾਂ ਨੇ ਆਪ ਹੱਥੀਂ ਥੋੜੇ ਫੜ ਕੇ ਕਿਲਾ ਢਾਇਆ। ਸਤਿਗੁਰ ਬਚ ਕਹਿ ਪੰਥ ਕਮਾਇਓ। ਗੁਰੂ ਸਾਹਿਬ ਦਾ ਬਚਨ ਹੈ, ਅਸੀਂ ਇੱਥੋਂ ਕੁਝ ਲਾਲਚ ਨਹੀਂ ਰੱਖਣਾ, ਇੱਥੇ ਕੋਈ ਲਾਲਚ ਨਹੀਂ। ਹੋਰ ਕਿਲੇ ਬੜੇ ਨੇ ਉਹਨਾਂ ਤੇ ਕਬਜ਼ੇ ਕਰਾਂਗੇ, ਪਰ ਇਹ ਕਿਲਾ ਗੁਰੂ ਸਾਹਿਬ ਜੀ ਦੀ ਮਾਰੀ ਸਰਹੰਦ ਦਾ ਕਿਲਾ ਇਹ ਨਹੀਂ ਰਹਿਣ ਦੇਣਾ, ਕਿਉਂਕਿ ਇਸ ਕਿਲੇ ਦੀਆਂ ਦੀਵਾਰਾਂ ਨੇ ਆਪਣੀਆਂ ਅੱਖਾਂ ਨਾਲ ਉਹ ਜ਼ੁਲਮ ਹੁੰਦਾ ਵੇਖਿਆ ਹੈ। ਇਹਨਾਂ ਦੀਵਾਰਾਂ ਦੇ ਸਾਹਮਣੇ, ਇਹਨਾਂ ਦੀਵਾਰਾਂ ਦੇ ਅੰਦਰ ਸਾਹਿਬਜ਼ਾਦੇ ਨੀਹਾਂ ਵਿੱਚ ਚਿਣੇ ਹਨ। ਤੋ ਬਾਪ ਥੋ ਹਮਰੋ ਸਾਥ। ਭਾਈ ਰਤਨ ਸਿੰਘ ਜੀ ਭੰਗੂ ਲਿਖਦੇ ਹੈ, ਮੇਰਾ ਬਾਪੂ, ਮੇਰਾ ਪਿਤਾ ਰਾਏ ਸਿੰਘ ਉਸ ਜਗ੍ਹਾ ਦੇ ਸਰਹੰਦ ਦੇ ਵਿੱਚ ਨਾਲ ਸੀਗਾ। ਉਹ ਦੱਸਦਾ ਹੈ ਕਿ ਇਦਾਂ ਅਸੀਂ ਛੋਟੇ ਹੁੰਦੇ ਸਾਂ ਜਦੋਂ ਇਹ ਕਿਲਾ ਢਾਇਆ ਸੀ। ਸੋ ਲਿਖੀ ਜੋ ਉਨ ਕਹੀ ਬਾਤ। ਉਹ ਗੱਲ ਜੋ ਮੇਰੇ ਪਿਤਾ ਨੇ ਕਹੀ ਸੀ ਉਹ ਲਿਖ ਦਿੱਤੀ ਹੈ। ਸੋ ਇਸ ਪ੍ਰਕਾਰ ਦੇ ਨਾਲ ਸਰਹੰਦ ਸਾਧ ਸੰਗਤ ਜੀ ਚਾਓ ਪਈ ਅੱਗੇ ਸੁਨੋ ਅਬ ਮਾਲੀ ਪਿਆਰੇ। ਭਾਈ ਰਤਨ ਸਿੰਘ ਜੀ ਕਹਿੰਦੇ ਆ ਕੈਪਟਨ ਮਰੀ ਨੂੰ, ਕਿਉਂਕਿ ਤੁਹਾਨੂੰ ਪਹਿਲਾਂ ਵੀ ਦੱਸਿਆ ਸੀ ਕਿ ਕੈਪਟਨ ਮਰੀ ਇੱਕ ਅੰਗਰੇਜ਼ ਅਫਸਰ ਸੀ ਜਿਹੜਾ ਆਫਟਰ ਲੋਨੀ ਅੰਗਰੇਜ਼ ਦੇ ਮਤਹਿਤ ਲੁਧਿਆਣੇ ਦਾ ਡਿਪਟੀ ਕਮਿਸ਼ਨਰ ਸੀ। ਉਹਨੇ ਬੂਟੇ ਸ਼ਾਹ ਮੌਲਵੀ ਤੋਂ ਸਿੱਖਾਂ ਦੀ ਹਿਸਟਰੀ ਲਿਖਵਾਉਣੀ ਸ਼ੁਰੂ ਕੀਤੀ ਸੀ, ਜਿਹੜੀ ਉਹਨੇ ਈਸਟ ਇੰਡੀਆ ਕੰਪਨੀ ਕੋਲ ਭੇਜਣੀ ਸੀ। ਭਾਈ ਰਤਨ ਸਿੰਘ ਜੀ ਨੇ ਉਹਨੂੰ ਦੱਸਿਆ ਵੀ ਇਹ ਹਿਸਟਰੀ ਮੈਂ ਲਿਖ ਕੇ ਦਿਆਂਗਾ, ਬੂਟੇ ਸ਼ਾਹ ਸਹੀ ਗੱਲ ਨਹੀਂ ਦੱਸ ਸਕਦਾ, ਇਹਨ ਗੱਲ ਸਿੰਘਨ ਕਹੀ ਨਾ ਸਾਰੀ। ਤਾਂ ਰਤਨ ਸਿੰਘ ਜੀ ਹੁਣ ਕੈਪਟਨ ਮਰੀ ਨੂੰ ਦੱਸ ਰਹੇ ਹਨ। ਹਾਂਜੀ, ਜਿਸ ਬਿਦ ਦੇਹਰੇ ਪੰਥ ਬਨਵਾਰੇ। ਦੇਖੋ ਕੈਪਟਨ ਮਰੀ, ਜਦੋਂ ਖਾਲਸੇ ਨੇ ਸਰਹੰਦ ਦੇ ਉੱਤੇ ਕਬਜ਼ਾ ਕੀਤਾ
ਤਾਂ ਉੱਥੇ ਸਾਡੇ ਗੁਰੂ ਦੇ ਜੋ ਬੱਚਿਆਂ ਦੀ ਸ਼ਹੀਦੀ ਵਾਲੀ ਯਾਦਗਾਰ ਸੀ, ਉਹਨੂੰ ਸਾਡੇ ਪੰਥ ਦੇ ਬਜ਼ੁਰਗਾਂ ਨੇ ਤਿਆਰ ਕੀਤਾ। ਹਾਂਜੀ, ਜਬ ਮਦ ਪੰਥ ਕਿਲੇ ਥੋ ਵੜਿਓ, ਜਦੋਂ ਖਾਲਸਾ ਪੰਥ ਕਿਲੇ ਦੇ ਵਿੱਚ ਵੜਿਆ, ਨਿਜ ਨਿਜ ਡੇਰਨ ਬਹੁ ਕੜਾਹ ਕਰਿਓ। ਉਹਨਾਂ ਨੇ ਆਪਣੀਆਂ ਆਪਣੀਆਂ ਛਾਉਣੀਆਂ ਵਿੱਚ, ਆਪਣੇ ਆਪਣੇ ਡੇਰਿਆਂ ਵਿੱਚ ਖੁਸ਼ੀ ਦੇ ਵਿੱਚ ਕੜਾਹ ਪ੍ਰਸ਼ਾਦ ਦੀਆਂ ਦੇਗਾਂ ਬਣਾਈਆਂ। ਕਿਨੇ ਮਾਤਾ ਕੈ ਬੁਰਜ ਵਰਤਾਇਓ, ਕਿਸੇ ਨੇ ਜਾ ਕੇ ਮਾਤਾ ਜੀ ਦੇ ਬੁਰਜ ਦੇ, ਜੋ ਠੰਡਾ ਬੁਰਜ ਹੈ ਜਿੱਥੇ ਮਾਤਾ ਤੇ ਸਾਹਿਬਜ਼ਾਦੇ ਕੈਦ ਰਹੇ ਹਨ, ਉੱਥੇ ਕੜਾਹ ਪ੍ਰਸ਼ਾਦ ਦੀ ਦੇਗ ਦਾ ਭੋਗ ਲਵਾਇਆ। ਕੋਈ ਸ਼ਹੀਦਨ ਜਾਗਾ ਆਇਓ, ਕੋਈ ਸ਼ਹੀਦ ਗੰਜ ਸਾਹਿਬ, ਜਿੱਥੇ ਸ਼ਹੀਦਾਂ ਸਿੰਘਾਂ ਦਾ ਸੰਸਕਾਰ ਬਾਬੇ ਬੰਦੇ ਬਹਾਦਰ ਦੇ ਸਮੇਂ 7,000 ਸਿੰਘ ਸ਼ਹੀਦ ਹੋਏ ਸੀਗੇ, ਉਹਨਾਂ ਦਾ ਦਰਬਾਰ ਛੋਟੇ ਸਾਹਿਬਜ਼ਾਦਿਆਂ ਦੇ ਸ਼ਹੀਦੀ ਸਥਾਨ ਦੇ ਬਿਲਕੁਲ ਨਾਲ ਛੋਟਾ ਜਿਹਾ ਗੁਰਦੁਆਰਾ ਬਣਿਆ। ਸ਼ਹੀਦ ਗੰਜ ਸਾਹਿਬ ਬਿਲਕੁਲ ਨਾਲ ਹੈ, ਫਤਿਹਗੜ੍ਹ ਸਾਹਿਬ ਦੇ ਅੰਦਰ ਹੀ ਹੈ। ਉਹ ਜਗ੍ਹਾ ਸੰਸਕਾਰ ਹੋਇਆ ਉਹਨਾਂ ਸ਼ਹੀਦਾਂ ਦਾ ਜਿਹੜੇ ਸ਼ਹੀਦ ਸਰਹੰਦ ਨੂੰ ਫਤਿਹ ਕਰਨ ਵੇਲੇ ਬੰਦੇ ਬਹਾਦਰ ਦੇ ਨਾਲ ਸ਼ਹੀਦ ਹੋਏ। ਉਹਨਾਂ ਸ਼ਹੀਦਾਂ ਸਿੰਘਾਂ ਦੇ ਬੁੰਗੇ ਤੇ ਵੀ ਕੜਾਹ ਪ੍ਰਸ਼ਾਦ ਦੀਆਂ ਦੇਗਾਂ ਅਰਦਾਸੇ ਹੋਈਆਂ। ਕੋਈ ਗਏ ਸਰ ਜੋਤੀ ਤਾਲ, ਕਈ ਜੋਤੀ ਸਰ ਜੋਤੀ ਸਰੂਪ ਜਿਹੜਾ ਗੁਰਦੁਆਰਾ ਹੈ, ਜਿੱਥੇ ਸਾਹਿਬਜ਼ਾਦਿਆਂ ਦਾ ਤੇ ਮਾਤਾ ਜੀ ਦਾ ਸੰਸਕਾਰ ਟੋਡਰਮਲ ਦੀਵਾਨ ਨੇ ਸੋਨੇ ਦੀਆਂ ਮੋਹਰਾਂ ਵਿਛਾ ਕੇ ਧਰਤੀ ਲੈ ਕੇ ਕੀਤਾ ਸੀ। ਕਈ ਸਿੰਘਾਂ ਨੇ ਉਸ ਗੁਰਦੁਆਰੇ ਜਾ ਕੇ ਦੇਗਾਂ ਕੜਾਹ ਪ੍ਰਸ਼ਾਦ ਦੀਆਂ ਵਰਤਾਈਆਂ। ਜਹਾਂ ਗੱਡੇ ਥੇ ਸਤਿਗੁਰ ਲਾਲ, ਜਿੱਥੇ ਸਾਹਿਬਜ਼ਾਦੇ ਸ਼ਹੀਦ ਹੋਏ, ਸੰਸਕਾਰ ਹੋਇਆ। ਜਬ ਸਭ ਖਾਲਸਾ ਮਿਲ ਮਤੋ ਠਹਿਰਾਇਓ, ਸੋ ਸਾਧ ਸੰਗਤ ਸਾਰੇ ਖਾਲਸੇ ਨੇ ਮਤਾ ਕੀਤਾ, ਚਹੀਅਤ ਇੱਕ ਹੀ ਦੇਹਰੋ ਬਣਵਾਇਓ। ਇੱਕ ਸੰਸਥਾਨ ਗੁਰਦੁਆਰਾ ਬਣਨਾ ਚਾਹੀਦਾ ਹੈ, ਜਿਸ ਜਾਗਾ ਗੁਰ ਸੁਤ ਹੈ ਘਾਏ। ਵੱਡਾ ਸਥਾਨ ਉਹ ਬਣਨਾ ਚਾਹੀਦਾ ਜਿੱਥੇ ਸਾਹਿਬਜ਼ਾਦੇ ਸ਼ਹੀਦ ਹੋਏ ਹਨ। ਬਾਬਾ ਫਤਿਹ ਸਿੰਘ ਜੀ ਤੇ ਬਾਬਾ ਜੋਰਾਵਰ ਸਿੰਘ ਸਾਹਿਬ ਜੀ ਦਾ ਜੋ ਸ਼ਹੀਦੀ ਸਥਾਨ ਹੈ, ਉਹ ਪਹਿਲਾਂ ਬਣਾਈਏ। ਜਿਸੈ ਠੌਰ ਉਨ ਗਲੇ ਕਟਾਏ, ਜਿੱਥੇ ਉਹਨਾਂ ਦੇ ਸੀਸ ਉਤਰੇ ਹਨ, ਜਿੱਥੇ ਉਹਨਾਂ ਨੇ ਸ਼ਹੀਦੀ ਪਾਈ ਹੈ, ਸੋ ਫਤਿਹਗੜ੍ਹ ਸਾਹਿਬ, ਫਿਰ ਮਾਤਾ ਦਾ ਬੁਰਜ, ਸ਼ਹੀਦ ਗੰਜ ਸਾਹਿਬ, ਜੋਤੀ ਸਰੂਪ, ਬਿਬਾਨਗੜ੍ਹ ਸਾਹਿਬ, ਇਹ ਜਿੰਨੇ ਗੁਰਦੁਆਰੇ ਇਹਨਾਂ ਦੀਆਂ ਨਿਸ਼ਾਨੀਆਂ ਕਾਇਮ ਕੀਤੀਆਂ ਗਈਆਂ। ਹੌਲੇ ਹੌਲੇ ਬਾਅਦ ਵਿੱਚ ਸੋਹਣੇ ਗੁਰਦੁਆਰੇ ਬਣੇ। ਉਹ ਕਥਾ ਬੜੇ ਵਿਸਥਾਰ ਵਾਲੀ ਹੈ, ਸਮੇਂ ਦੇ ਲਿਹਾਜ਼ ਨਾਲ ਸਮਾਪਤੀ ਹੈ। ਭੁੱਲਾਂ ਚੁੱਕਾਂ ਮਾਫੀ ਹੈ, ਭੁੱਲਾਂ ਚੁੱਕਾਂ।